Hello everyone, welcome to Victor's Knowledge. This is Chinu Sharma and today I am going to discuss a very important topic for all the upcoming Punjab government exams. So जिन्ने भी आने वाले पेपर ने चाहे वो पटवारी ਦਾ पेपर है, ਉਹ ਸਬ ਇੰਸਪੈਕਟਰ ਦਾ ਹੈ, ਕਾਂਸਟੇਬਲ ਦਾ ਹੈ, ਐਕਸਾਈਜ਼ ਇੰਸਪੈਕਟਰ ਦਾ ਹੈ, ਸੋ ਜਿੰਨੇ ਵੀ ਪੇਪਰ ਨੇ ਸਾਰਿਆਂ ਦੇ ਵਿੱਚ ਇਹ ਜਿਹੜਾ ਟੌਪਿਕ ਹੈ ਅੱਜ ਵਾਲਾ ਇਹ ਇੰਡੀਅਨ ਇਕਨੋਮੀ, ਪੰਜਾਬ ਇਕਨੋਮੀ ਤੇ ਨਾਲ ਹੀ ਕਰੰਟ ਅਫੇਅਰ ਸੋ ਇਹ ਤਿੰਨੋਂ ਚੀਜ਼ਾਂ ਦੇ ਅੰਦਰ ਇਹ ਟੌਪਿਕ ਆਉਂਦਾ ਸੋ ਅੱਜ ਦਾ ਆਪਣਾ ਟੌਪਿਕ ਹੈ ਪੰਜਾਬ ਬਜਟ ਸੋ ਜਿਹੜਾ ਪੰਜਾਬ ਨੇ ਰੀਸੈਂਟਲੀ ਬਜਟ ਪਾਸ ਕੀਤਾ ਹੈ 2021-22 ਦਾ ਲੇਟੈਸਟ ਬਜਟ ਮੈਂ ਤੁਹਾਨੂੰ ਇਹਦੀ ਸਮਰੀ ਫਾਰਮ ਦੇ ਵਿੱਚ ਪੂਰੀ ਡੀਟੇਲ ਦਊਂਗੀ ਸੋ ਬਜਟ ਦਾ ਸਾਲ ਰਹੂਗਾ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਬਜਟ ਬਾਰੇ ਜਾਣਨ ਤੋਂ ਪਹਿਲਾਂ ਵੀ ਕੀ ਬਜਟ ਵਿੱਚ ਟਰਮਸ ਰੱਖੀਆਂ ਗਈਆਂ ਕਿੰਨੀ ਅਮਾਉਂਟ ਰੱਖੀ ਗਈ ਸਭ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਚੀਜ਼ ਆਪਣੇ ਲਈ ਜਾਣਨ ਲਈ ਜ਼ਰੂਰੀ ਹੈ ਉਹ ਇਹ ਹੈ ਕਿ ਬਜਟ ਹੁੰਦਾ ਕੀ ਹੈ ਸੋ ਬਜਟ ਨੂੰ ਦੇਖਣ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ ਦੋ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਇਹ ਦੋ ਤਿੰਨ ਚੀਜ਼ਾਂ ਹੀ ਐਗਜ਼ਾਮਸ ਦੇ ਲਈ ਇੰਪੋਰਟੈਂਟ ਕੁਐਸਚਨ ਬਣਾਉਂਦੀਆਂ ਨੇ ਸੋ ਆਪਾਂ ਇਹ ਦੇਖਾਂਗੇ ਕਿ ਬਜਟ ਕੀ ਹੈ ਕੌਣ ਪਾਸ ਕਰਦਾ ਹੈ ਜਿਹੜਾ ਸਟੇਟ ਦਾ ਬਜਟ ਹੈ ਜਿਹੜਾ ਆਪਣਾ ਸੰਵਿਧਾਨ ਹੈ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਕਿੱਥੇ ਉਹਨੂੰ ਲੈ ਕੇ ਪ੍ਰੋਵੀਜ਼ਨ ਦਿੱਤੀ ਗਈ ਹੋਈ ਹੈ ਸੋ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਬਜਟ ਕੀ ਹੁੰਦਾ ਹੈ ਸੋ ਸਿੰਪਲ ਸ਼ਬਦਾਂ ਦੇ ਵਿੱਚ ਜੇ ਦੇਖੀਏ ਤਾਂ ਬਜਟ ਇੱਕ ਫਾਈਨੈਂਸ਼ੀਅਲ ਪਲਾਨ ਹੈ ਸੋ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਫਿਊਚਰ ਦਾ ਟਾਈਮ ਹੈ ਜਿਵੇਂ ਹੁਣ ਆਪਣਾ 2021 ਦਾ ਸਾਲ ਚੱਲ ਰਿਹਾ ਹੈ ਤਾਂ ਜਿਹੜਾ ਬਜਟ ਬਣੂਗਾ ਉਹ 2021-22 ਦਾ ਬਣੂ ਸੋ ਫਿਊਚਰ ਦੇ ਲਈ ਜਦੋਂ ਕੋਈ ਵੀ ਸਰਕਾਰ ਸਟੇਟ ਦੀ ਉਰੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਪੰਜਾਬ ਬਜਟ ਵਿੱਚ ਮੈਂ ਤੁਹਾਨੂੰ ਜੋ ਵੀ ਸਮਝਾਉਂਗੀ ਉਹ ਸਟੇਟ ਨੂੰ ਲੈ ਕੇ ਹੀ ਰੈਫਰ ਕਰਕੇ ਸਮਝਾਉਂਗੀ ਸੋ ਪੰਜਾਬ ਸਰਕਾਰ ਆਉਣ ਵਾਲੇ 1 ਸਾਲ ਦੇ ਲਈ ਜਿਹੜਾ ਲੇਖਾ ਜੋਖਾ ਤਿਆਰ ਕਰਦੀ ਹੈ ਇੱਕ ਪਲਾਨ ਤਿਆਰ ਕਰਦੀ ਹੈ ਤੇ ਉਸ ਪਲਾਨ ਦੇ ਲਈ ਉਹ ਇੱਕ ਐਸਟੀਮੇਟ ਲਗਾ ਲੈਂਦੀ ਹੈ ਵੀ ਆਉਣ ਵਾਲੇ 1 ਸਾਲ 'ਚ ਮੈਨੂੰ ਇੰਨੀ ਕਮਾਈ ਹੋ ਸਕਦੀ ਹੈ ਇੰਨਾ ਖਰਚਾ ਹੋ ਮੇਰਾ ਸੋ ਜਿਹੜਾ ਐਸਟੀਮੇਸ਼ਨ ਹੈ ਆਉਣ ਵਾਲੇ ਫਿਊਚਰ 1 ਈਅਰ ਦਾ ਰੈਵਨਿਊ ਤੇ ਐਕਸਪੈਂਡੀਚਰ ਦਾ ਇਨਕਮ ਐਂਡ ਖਰਚਾ ਜੋ ਵੀ ਸਰਕਾਰ ਦਾ ਹੈ ਇਹ ਚੀਜ਼ ਨੂੰ ਆਪਾਂ ਬਜਟ ਕਹਿੰਦੇ ਹਾਂ ਸੋ ਬਜਟ ਕੀ ਹੈ it is an estimation of revenue and expenses over a specified future period usually compiled and re-evaluated on a periodic basis ਇਹਨੂੰ ਆਪਾਂ annual financial statement ਵੀ ਕਹਿੰਦੇ ਆ ਮਤਲਬ ਕਿ ਆਪਣੀ ਸਾਲ ਦੀ ਫਾਈਨੈਂਸ ਨੂੰ ਲੈ ਕੇ ਪੈਸੇ ਨੂੰ ਲੈ ਕੇ ਜੋ ਵੀ ਸਟੇਟਮੈਂਟ ਨਿਕਲਦੀ ਹੈ ਰੈਵਨਿਊ ਤੇ ਐਕਸਪੈਂਡੀਚਰ ਦੀ ਸੋ ਬਜਟ ਇੱਕ ਸਟੇਟ ਦੇ ਵਿੱਚ ਬਜਟ ਕੌਣ ਪਾਸ ਕਰਦਾ ਹੈ ਇਹ ਕੁਐਸਚਨ ਬੱਚਿਆਂ ਨੇ ਬਹੁਤ ਵਾਰੀ ਗਲਤ ਟਿਕ ਕੀਤਾ ਹੈ ਕਿਉਂਕਿ ਪੇਪਰ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਮਿਨਿਸਟਰੀ ਆਫ ਫਾਈਨੈਂਸ ਅਲੱਗ ਤੋਂ ਲਿਖ ਦਿੰਦੇ ਨੇ ਜਦਕਿ ਇਹਦਾ ਸਹੀ ਉੱਤਰ ਹੈ ਲੈਜਿਸਲੇਟਿਵ ਅਸੈਂਬਲੀ ਜੇ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੈ ਤਾਂ ਤੁਸੀਂ ਉਸ ਨੂੰ ਹੀ ਟਿਕ ਕਰੋਗੇ ਕਿਉਂਕਿ ਮਿਨਿਸਟਰੀ ਆਫ ਫਾਈਨੈਂਸ ਪਾਸ ਤਾਂ ਕਰਦੀ ਹੈ ਬਜਟ ਨੂੰ ਪਰ ਉਹ ਕਿੱਥੇ ਜਾ ਕੇ ਪਾਸ ਕਰਦੀ ਹੈ ਉਹ ਸਟੇਟ ਲੈਜਿਸਲੇਟਿਵ ਅਸੈਂਬਲੀ 'ਚ ਜਾ ਕੇ ਪਾਸ ਕਰਦੀ ਹੈ ਸੋ ਇਹ ਫੈਕਟ ਤੁਸੀਂ ਇੰਪੋਰਟੈਂਟ ਆਪਣੇ ਦਿਮਾਗ ਦੇ ਵਿੱਚ ਨੋਟ ਕਰ ਲਓ no money can be raised no tax can be levied no expenditure can be incurred without the permission sanction of state legislative assembly ਸੋ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਸੰਵਿਧਾਨ ਹੈ ਆਪਣਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਕਿੱਥੇ ਗੱਲ ਕੀਤੀ ਗਈ ਹੈ ਬਜਟ ਨੂੰ ਲੈ ਕੇ ਸੋ ਜਿਹੜਾ ਆਰਟੀਕਲ 202 ਹੈ ਇਹ ਇੰਪੋਰਟੈਂਟ ਆਰਟੀਕਲ ਹੈ ਆਪਾਂ ਨੇ ਯਾਦ ਰੱਖਣਾ ਹੈ ਇਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਗਵਰਨਰ ਹੈ ਸਟੇਟ ਦਾ ਉਹ ਜਿਹੜੀ ਵੀ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਹੈ ਉੱਥੇ ਇੱਕ ਸਟੇਟਮੈਂਟ ਦਊਗਾ ਜਿਹਦੇ ਵਿੱਚ ਆਉਣ ਵਾਲੇ 1 ਸਾਲ ਦੀ ਰਿਸੀਟ ਤੇ ਐਕਸਪੈਂਡੀਚਰ ਹੋਣਗੀਆਂ ਤੇ ਜਿਹੜਾ ਇਹ ਸਟੇਟਮੈਂਟ ਹੈ ਇਹਨੂੰ ਕਨਸਟੀਟਿਊਸ਼ਨ ਦੇ ਵਿੱਚ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ ਤੇ ਸਿੰਪਲ ਅੱਖਰਾਂ ਦੇ ਵਿੱਚ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਇਹਨੂੰ ਬਜਟ ਕਿਹਾ ਜਾਂਦਾ ਹੈ ਸੋ ਇਹ ਜਿਹੜੀ ਪ੍ਰੋਵੀਜ਼ਨ ਹੈ ਇਹ ਬਹੁਤ ਇੰਪੋਰਟੈਂਟ ਹੈ ਆਪਣੇ ਲਈ ਯਾਦ ਰੱਖਣੀ ਸੋ ਹੁਣ ਮੈਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਹ ਦੱਸਾਂ ਕਿ ਕਿੰਨਾ ਬਜਟ ਕਿੱਥੇ ਐਲੋਕੇਟ ਹੋਇਆ ਮੈਂ ਕੁਝ ਤੁਹਾਨੂੰ ਟਰਮਸ ਦੇ ਨਾਲ ਫੈਮੀਲੀਅਰ ਕਰਵਾਉਣਾ ਚਾਹੁੰਦੀ ਹਾਂ ਸੋ ਬਜਟ ਕੀ ਹੈ ਇੱਕ ਸਟੇਟਮੈਂਟ ਆਪਾਂ ਨੇ ਆਲਰੇਡੀ ਪੜ੍ਹ ਚੁੱਕੇ ਕਿ ਇੱਕ ਸਰਕਾਰ ਦੀ ਇੱਕ ਫਾਈਨੈਂਸ਼ੀਅਲ ਈਅਰ ਦੇ ਲਈ 1 ਸਾਲ ਦੇ ਲਈ ਜਿੰਨਾ ਖਰਚਾ ਤੇ ਜਿੰਨੀ ਇਨਕਮ ਆ ਉਹਦੀ ਸਟੇਟਮੈਂਟ ਨੂੰ ਆਪਾਂ ਬਜਟ ਕਹਿੰਦੇ ਹਾਂ
ਕੰਸੋਲੀਡੇਟਡ ਫੰਡ ਕੀ ਹੁੰਦੇ ਨੇ? ਸੋ ਇੱਕ ਕੋਈ ਵੀ ਜਿਹੜੀ ਸਰਕਾਰ ਹੈ ਉਹਦੀ ਜਿੰਨੀ ਕਮਾਈ ਹੈ ਜਾਂ ਜੋ ਉਹਨੇ ਕਿਸੇ ਨੂੰ ਕੋਈ ਕਰਜ਼ਾ ਦਿੱਤਾ ਹੋਇਆ ਉਹਦੇ ਤੋਂ ਉਹਨੂੰ ਜਿੰਨਾ ਪੈਸਾ ਇੰਟਰਸਟ ਵਾਪਿਸ ਆ ਰਿਹਾ ਹੈ ਉਹਦਾ ਜਿੰਨੀ ਰਿਸੀਪਟ ਹੈ, ਸੋ all revenue and all receipt by a government are credited to a fund, ਇੱਕ ਫੰਡ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਸਾਰੀ ਕਮਾਈ। ਉਹ ਫੰਡ ਦਾ ਨਾਮ ਹੈ ਕੰਸੋਲੀਡੇਟਡ ਫੰਡ ਆਫ ਸਟੇਟ। ਕੰਸੋਲੀਡੇਟਡ ਵਰਡ ਦਾ ਇਹੀ ਮਤਲਬ ਆ ਕਿ ਕਿਸੇ ਚੀਜ਼ ਨੂੰ ਜੋੜ ਕੇ ਇਕੱਠਾ ਕਰਨਾ। ਸੋ ਤੁਸੀਂ ਵਰਡ ਤੋਂ ਹੀ ਇਹਦਾ ਮਤਲਬ ਸਮਝ ਸਕਦੇ ਹੋ ਕਿ ਸਾਰੀ ਕਮਾਈ, ਸਾਰਾ ਜਿੰਨਾ ਆਪਾਂ ਨੇ ਕਰਜ਼ਾ ਦਿੱਤਾ ਇੱਕ ਸਰਕਾਰ ਨੇ, ਉਹਦੇ ਤੋਂ ਜੋ ਵੀ ਰਿਸੀਟ ਆਈ ਹੈ ਉਹਦਾ ਇਕੱਠ ਜੋੜ ਕੰਸੋਲੀਡੇਸ਼ਨ, ਕੰਸੋਲੀਡੇਟਡ ਫੰਡ ਹੈ। ਫਿਰ ਆਉਂਦੀ ਕੈਪੀਟਲ ਟ੍ਰਾਂਜੈਕਸ਼ਨ। ਕਹਿੰਦੇ ਕੈਪੀਟਲ ਟ੍ਰਾਂਜੈਕਸ਼ਨ ਜਿੰਨੀ ਵੀ ਇੱਕ ਸਰਕਾਰ ਦੀ ਕੋਈ ਐਸੈਟ ਹੈ, ਉਹਦੀ ਕੋਈ ਪ੍ਰੋਪਰਟੀ ਹੈ ਜਾਂ ਕੋਈ ਖੜੇ ਹੋਏ ਕਰਜ਼ੇ ਨੇ ਸਰਕਾਰ ਦੇ, ਆਊਟਸਟੈਂਡਿੰਗ ਲਾਇਬਿਲਿਟੀਜ਼ ਨੇ ਜੋ ਇੱਕ ਸਰਕਾਰ ਨੇ ਭਰਨੀਆਂ ਨੇ, ਉਹ ਜਿਹੜਾ ਸਰਕਾਰ ਦੀ ਕੈਪੀਟਲ ਨੇਚਰ ਦੀਆਂ ਚੀਜ਼ਾਂ ਨੇ ਉਹਦੇ ਚ ਜਦੋਂ ਕੋਈ ਵਾਧਾ ਹੁੰਦਾ ਹੈ, ਘਾਟਾ ਹੁੰਦਾ ਹੈ, whether something adds to it or something gets reduced from it, ਉਹਨੂੰ ਆਪਾਂ ਕਹਿੰਦੇ ਆ ਕੈਪੀਟਲ ਟ੍ਰਾਂਜੈਕਸ਼ਨ। ਮਤਲਬ ਸਰਕਾਰ ਵੱਲੋਂ ਕੁਝ ਜਾ ਰਿਹਾ ਹੈ। ਫਿਰ ਆਉਂਦੀ ਹੈ ਰੈਵਨਿਊ। ਰੈਵਨਿਊ ਦਾ ਮਤਲਬ ਹੀ ਪ੍ਰੋਫਿਟ ਹੈ। ਸੋ ਕਹਿੰਦੇ ਇੱਕ ਜੇ ਆਪਾਂ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਜਦੋਂ ਕਿਸੇ ਵੀ ਉਰੇ ਮੰਨ ਲਓ ਕੋਈ ਸਰਕਾਰ ਦੀ ਗਵਰਨਮੈਂਟ ਆਰਗੇਨਾਈਜੇਸ਼ਨ ਹੈ, ਜਦੋਂ ਉਹਦੇ ਪ੍ਰੋਫਿਟ ਦੇ ਵਿੱਚ ਕੋਈ ਵਾਧਾ ਘਾਟਾ ਹੁੰਦਾ, ਕੋਈ ਹਿਲਜੁਲ ਹੁੰਦੀ ਹੈ, ਸੋ ਉਸ ਹਿਲਜੁਲ ਨੂੰ ਆਪਾਂ ਰੈਵਨਿਊ ਟ੍ਰਾਂਜੈਕਸ਼ਨ ਕਹਿੰਦੇ ਆ। ਫਿਰ ਆਉਂਦੀ ਰੈਵਨਿਊ ਰਿਸੀਪਟ। ਸਿੰਪਲ, ਸਰਕਾਰ ਨੂੰ ਇਨਕਮ ਕਿੱਥੋਂ ਆਉਂਦੀ ਹੈ? ਉਹ ਰੈਵਨਿਊ ਰਿਸੀਪਟ ਹੈ। ਇਹ ਸਟੇਟ ਦਾ ਆਪਣਾ ਜਿਹੜੇ ਟੈਕਸ ਲਗਾਉਂਦੀ ਹੈ ਉੱਥੋਂ ਆਉਂਦੀ ਹੈ ਜਾਂ ਸਟੇਟ ਦੇ ਜਿੰਨੇ ਵੀ ਨਾਨ ਟੈਕਸ ਰੈਵਨਿਊ ਨੇ ਉੱਥੋਂ ਆਉਂਦੀ ਹੈ। ਸੋ ਸਟੇਟ ਆਪਾਂ ਨੂੰ ਟੈਕਸ ਤਾਂ ਪਤਾ ਹੀ ਹੈ ਜਿਹੜੇ ਸਟੇਟ ਲਗਾਉਂਦੀ ਹੈ ਮੇਨ। ਹੁਣ ਆਪਾਂ ਦੇਖਦੇ ਹਾਂ ਨਾਨ ਟੈਕਸ ਸਟੇਟ ਦੇ ਕੀ ਨੇ। ਸੋ ਜਿਹੜਾ ਟੈਕਸ ਹੈ ਇਹ ਤਾਂ ਜਾਂ ਲੋਕਾਂ ਤੋਂ, ਪੀਪਲ ਜਾਂ ਫਿਰ ਕਾਰਪੋਰੇਸ਼ਨਸ ਤੋਂ ਸਟੇਟ ਲੈਂਦੀ ਹੈ। ਤੇ ਜੇ ਆਪਾਂ ਨਾਨ ਟੈਕਸ ਰੈਵਨਿਊ ਦੀ ਗੱਲ ਕਰੀਏ ਤਾਂ ਜਿੰਨਾ ਵੀ ਸਟੇਟ ਓਨਡ ਵਾਟਰ ਹੈ, ਗੈਸ ਹੈ, ਇਲੈਕਟ੍ਰਿਸਿਟੀ ਹੈ ਜਾਂ ਫਿਰ ਕੋਈ ਹੋਰ ਐਗਜ਼ਾਮੀਨੇਸ਼ਨ ਫੀਸ ਹੈ, ਇਹ ਸਾਰੀਆਂ ਚੀਜ਼ਾਂ ਸਟੇਟ ਦੀਆਂ ਨਾਨ ਟੈਕਸ ਰੈਵਨਿਊ ਦੇ ਅੰਦਰ ਆਉਂਦੀਆਂ ਨੇ। ਸੋ ਇਹ ਆਪਾਂ ਨੇ ਯਾਦ ਰੱਖਣਾ। ਫਿਰ ਆਉਂਦਾ ਰੈਵਨਿਊ ਐਕਸਪੈਂਡੀਚਰ। ਸਟੇਟ ਦਾ ਖਰਚਾ ਕਿੱਥੇ ਹੁੰਦਾ ਹੈ? ਰੈਵਨਿਊ। ਇਹਦਾ ਮਤਲਬ ਹੈ ਕਿ ਜਿਹੜੀਆਂ ਸਟੇਟਸ ਤਨਖਾਹਾਂ ਦਿੰਦੀ ਹੈ, ਪੈਨਸ਼ਨਾਂ ਦਿੰਦੀ ਹੈ, ਜਿੰਨੀ ਵੀ ਸਬਸਿਡੀ ਇੰਟਰਸਟ ਪੇਮੈਂਟ ਕਰਦੀ ਹੈ, ਰੈਵਨਿਊ ਇੱਕ ਪੋਜ਼ਿਟਿਵ ਚੀਜ਼ ਹੈ। ਮਤਲਬ ਕਿ ਕੋਈ ਸਰਕਾਰ ਨੂੰ ਆਪਣੀਆਂ ਸਰਵਿਸਿਜ਼ ਦੇ ਰਿਹਾ ਹੈ ਤੇ ਸਰਕਾਰ ਉਹਦੇ ਬਦਲੇ ਕੁਝ ਖਰਚਾ ਕਰ ਰਹੀ ਹੈ, ਇਸੇ ਲਈ ਇਹਦਾ ਨਾਮ ਆਪਾਂ ਨੇ ਐਕਸਪੈਂਡੀਚਰ ਰੱਖਿਆ ਤੇ ਨਾਲ ਰੈਵਨਿਊ ਵਰਡ ਜੁੜਿਆ ਹੋਇਆ। ਇਨਕਮ ਵੀ ਹੋ ਰਹੀ ਹੈ ਸਰਕਾਰ ਨੂੰ ਇਨਕਮ ਕਿਵੇਂ ਹੋ ਰਹੀ ਹੈ? ਬਦਲੇ ਵਿੱਚ ਜਿੰਨੇ ਵੀ ਸਰਕਾਰੀ ਜੌਬ ਕਰਦੇ ਨੇ EMPLOYE ਨੇ, ਉਹ ਸਰਕਾਰ ਨੂੰ ਆਪਣੀਆਂ ਕੁਝ ਸਰਵਿਸਿਜ਼ ਦੇ ਰਹੇ ਨੇ ਤੇ ਸਰਕਾਰ ਦਾ ਇਹਦੇ ਬਦਲੇ 'ਚ ਕੀ ਖਰਚਾ ਹੋ ਰਿਹਾ? ਤਨਖਾਹਾਂ, ਪੈਨਸ਼ਨਾਂ, ਸਬਸਿਡੀਆਂ ਜਾਂ ਇੰਟਰਸਟ ਪੇਮੈਂਟ, ਇਹ ਸਾਰਾ ਕੁਝ। ਸੋ ਆਈ ਹੋਪ ਤੁਹਾਨੂੰ ਇੰਨੀਆਂ ਟਰਮਸ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਫਿਰ ਆਉਂਦਾ ਰੈਵਨਿਊ ਡੈਫਿਸਿਟ। ਕੀ ਹੈ? ਕਹਿੰਦੇ ਰੈਵਨਿਊ ਡੈਫਿਸਿਟ ਹੈ ਜਿੰਨੀ ਸਰਕਾਰ ਦੀ ਇਨਕਮ ਵਾਲਾ ਜਿਹੜਾ ਖਰਚਾ ਉਹਦੇ ਚੋਂ ਜਿੰਨੀ ਇਨਕਮ ਅਸਲ 'ਚ ਆਈ ਹੈ, ਜਦੋਂ ਆਪਾਂ ਉਹਨੂੰ ਮਾਈਨਸ ਕਰ ਦਿੰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਰੈਵਨਿਊ ਡੈਫਿਸਿਟ। ਸੋ ਟੋਟਲ ਜਿੰਨਾ ਸਰਕਾਰ ਦਾ ਰੈਵਨਿਊ ਐਕਸਪੈਂਡੀਚਰ ਹੈ ਉਹ ਮਾਈਨਸ ਜਿੰਨੀ ਰੈਵਨਿਊ ਰਿਸੀਪਟ ਹੈ। ਉਸ ਤੋਂ ਬਾਅਦ ਆਉਂਦਾ ਹੈ ਕੈਪੀਟਲ ਆਊਟਲੇ। ਜਿਹੜੀ ਸਰਕਾਰ ਹੈ ਉਹ ਬਜਟ ਦੇ ਵਿੱਚ ਜਿੰਨੀਆਂ ਵੀ ਕੈਪੀਟਲ ਐਸੈਟਸ ਨੇ ਉਹਨਾਂ ਨੂੰ ਚਲਾਉਣ ਦੇ ਲਈ, ਕ੍ਰੀਏਟ ਕਰਨ ਦੇ ਲਈ, ਤਿਆਰ ਕਰਨ ਦੇ ਲਈ ਜਿਹੜਾ ਸਰਕਾਰ ਖਰਚਾ ਕਰਦੀ ਹੈ, ਇੱਕ ਪੈਸਾ ਅਲੱਗ ਤੋਂ ਐਲੋਕੇਟ ਕਰਦੀ ਹੈ, ਉਸ ਪੈਸੇ ਨੂੰ ਆਪਾਂ ਕਹਿੰਦੇ ਆ ਕੈਪੀਟਲ ਆਊਟਲੇ। ਸੋ ਕੈਪੀਟਲ ਐਸੈਟ ਵਿੱਚ ਕੀ ਆਉਂਦਾ? ਜਿਵੇਂ ਸਟਾਕਸ ਹੋ ਗਏ, ਸ਼ੇਅਰ ਹੋ ਗਏ, ਕੋਈ ਪ੍ਰੋਪਰਟੀ ਹੋ ਗਈ, ਹਾਊਸ ਹੋ ਗਿਆ, ਜਿਹੜੀਆਂ ਏਦਾਂ ਦੀਆਂ ਚੀਜ਼ਾਂ ਨੇ। ਜਦੋਂ ਸਰਕਾਰ ਇਹ ਸਾਰੀਆਂ ਚੀਜ਼ਾਂ ਖਰੀਦਣ ਦੇ ਲਈ ਅਲੱਗ ਤੋਂ ਬਜਟ ਦੇ ਵਿੱਚ ਪੈਸਾ ਮੁਹੱਈਆ ਕਰਾਵੇ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਕੈਪੀਟਲ ਆਊਟਲੇ। ਫਿਰ ਆਉਂਦਾ ਫਿਸਕਲ ਡੈਫਿਸਿਟ। ਫਿਸਕਲ ਡੈਫਿਸਿਟ ਦਾ ਕਹਿੰਦੇ ਸਿੰਪਲ ਜਿਹਾ ਮਤਲਬ ਹੈ ਕਿ ਸਰਕਾਰ ਜਦੋਂ ਜਿੰਨੀਆਂ ਵੀ ਟੋਟਲ ਰਿਸੀਪਟ ਨੇ ਉਹਦੇ ਚ ਜਦੋਂ ਆਪਾਂ ਸਰਕਾਰ ਦੀਆਂ ਬੋਰੋਇੰਗ ਨੂੰ ਮਾਈਨਸ ਕਰ ਦਈਏ, ਮਤਲਬ ਸਰਕਾਰ ਨੇ ਕਿੰਨਾ ਕਿਸੇ ਤੋਂ ਲਿਆ, ਆਪਣੀ ਇਨਕਮ ਹੋਈ ਹੈ ਜਿਹੜੀ ਸਰਕਾਰ ਦੀ, ਉਹਦੇ ਚੋਂ ਕਿਸੇ ਦਾ ਲੈਣ ਦੇਣ ਆਪਾਂ ਕੱਢ ਦਈਏ, ਉਹਨੂੰ ਆਪਾਂ ਕਹਿੰਦੇ ਆ ਫਿਸਕਲ ਡੈਫਿਸਿਟ।
फिर आउंदा प्राइमरी डेफिसिट। प्राइमरी डेफिसिट का सीधा जिहा मतलब है कि जिहड़ी ये फिजिकल डेफिसिट कड्डी है ਇਹਦੇ ਚੋਂ ਜੇ ਕੋਈ ਇੰਟਰਸਟ ਪੇ ਕੀਤਾ ਤੁਸੀਂ ਉਹਨੂੰ ਮਾਈਨਸ ਕਰ ਦੋ ਆਪਣੇ ਕੋਲ ਅਸਲੀ ਪ੍ਰਾਇਮਰੀ ਡੈਫਿਸਿਟ ਆ ਜਾਊਗਾ ਸਿੰਪਲ। ਸੋ ਇਹ ਜਿਹੜੇ ਤਿੰਨੋਂ ਟਰਮਸ ਨੇ ਇਹ ਇਕਨੋਮੀ ਹੈਡ ਦੇ ਅੰਦਰ ਵੀ ਪੰਜਾਬ ਬਜਟ ਦੇ ਅੰਦਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। एग्जाम ਦੇ ਵਿੱਚ 5-6 ਵਾਰੀ ਮੈਂ ਦੇਖਿਆ ਕਿ ਸਿੱਧਾ ਕੁਐਸਚਨ ਪੁੱਛਿਆ ਜਾਂਦਾ ਹੈ ਫਾਰਮੂਲਾ ਪੁੱਛਿਆ ਜਾਂਦਾ ਹੈ। ਸੋ ਜਿਹੜੇ ਮੈਂ ਵਿੱਚ ਫਾਰਮੂਲੇ ਲਿਖੇ ਨੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ ਕਿ ਰੈਵਨਿਊ ਡੈਫਿਸਿਟ ਕੀ ਹੈ, ਫਿਸਕਲ ਕੀ ਹੈ, ਪ੍ਰਾਇਮਰੀ ਕੀ ਹੈ। ਤੇ ਆਖਰ ਦੇ ਵਿੱਚ ਆਪਣੇ ਕੋਲ ਆਉਂਦਾ ਹੈ ਡਿਵੈਲਪਮੈਂਟ ਐਕਸਪੈਂਡੀਚਰ। ਕਹਿੰਦੇ ਸਰਕਾਰ ਨੇ ਜੇ ਕਿਸੇ ਚੀਜ਼ ਨੂੰ ਇੰਫਰਾਸਟ੍ਰਕਚਰ ਹੋ ਗਿਆ, ਕੋਈ ਸੋਸ਼ਲ ਸਰਵਿਸ, ਇਕਨੋਮਿਕ ਸਰਵਿਸ ਹੋ ਗਈ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੋਈ ਅਪਗ੍ਰੇਡੇਸ਼ਨ ਕਰਨੀ ਹੈ, ਡਿਵੈਲਪਮੈਂਟ ਕਰਨੀ ਹੈ, ਕੋਈ ਸੁਧਾਰ ਕਰਨਾ ਹੈ ਆਪਣੀ ਸਟੇਟ ਵਿੱਚ, ਸੋ ਉਹ ਸਾਰੀਆਂ ਚੀਜ਼ਾਂ ਲਈ ਜਿਹੜਾ ਖਰਚਾ ਕਰਨਾ ਪੈਂਦਾ ਉਹਨੂੰ ਆਪਾਂ ਡਿਵੈਲਪਮੈਂਟ ਐਕਸਪੈਂਡੀਚਰ ਕਹਿੰਦੇ ਆ। So this is the expenditure on social service, health, education, social security, agriculture, industry, power transport. So ये सारे खर्चे development expenditure ने। So सब तो पहली चीज है कि सरकार ਨੂੰ income total कित्थों आउण दी आस आ। So estimation of revenue received 95,257.60 crore। सो ये जिहड़ा स्टेट दा अपना टैक्स कलैक्ट करदी है उत्थों आ सकदा, नॉन टैक्स सेंटर टैक्स दे विच जिन्ना स्टेट दा शेयर है जिहड़ा स्टेट नूं उत्थों मिलदा पैसा वो चीज़, ग्रांट इन एड जिन्नी सेंटर तो हेल्प मिलदी है अलग अलग स्कीम्स लई ग्रांट्स ओहो, या जे कोई होर एडिशनल रिसोर्स है। फिर है कैपिटल रिसीप्ट। आप ऑलरेडी चंगी तरह डिटेल च पढ़ चुके हैं कि हुंदा की है। सो कैपिटल रिसीट दे उत्ते 67,341.09 करोड़ ते ए ओही पब्लिक डेट, वेज एंड मीन एडवांसिस ते नॉन डेट रिसीप्ट। जिहड़ी वेज एंड मीन एडवांसिस टर्म है ये थोड़े लिए थोड़ी जी शायद नवी है, तो इनू सिंपल शब्दां दे विच मैं तुहानूं समझा दिंदी हां कि वेज एंड मीन एडवांसिस एक इहो जी फैसिलिटी है जिहड़ी कि सेंटर ते स्टेट दोनों नूं मिलदी है कि आरबीआई तो वो पैसा बोरो कर सकन। सो आरबीआई जिहड़ा अपना एपेक्स टॉप बैंक है इंडिया का, सेंट्रल बैंक है, 1934 के एक्ट के अंदर आया, 1935 बनया। सो जिहड़ा आरबीआई है कहंदे जदों भी सेंटर ते स्टेट नूं किसी नूं भी लोड़ पवे उन्हां नूं ये लगे कि साडे रेवन्यू एक्सपेंडिचर दे विच कुछ मिसमैच हो रहा है, साडे तो अपने खर्चे संभाले नहीं जा रहे, तो इस मिसमैच नूं ठीक करन दे लई टैंपरेरी तौर ते एक आरजी तौर ते हैल्प मिलदी है स्टेट नूं आरबीआई तो। उस हैल्प नूं कहने वेज एंड मीनस एडवांसिस। आई होप तुहानूं ये टर्म समझ आ गई। ते टोटल सरकार नूं कितनी इनकम आउण दा आस है रेवन्यू ते कैपिटल दोनों नूं ऐड करके 1,62,598.69। सो टोटल रिसीप्ट टोटल एक्सपेंडिचर ये दो जिहड़े अमाउंट ने ये तुहानूं याद होणियां चाहीदियां ने। सो नैक्सट है रेवन्यू एक्सपेंडिचर। कहंदे रेवन्यू एक्सपेंडिचर की सरकार नूं की लगदा है भी उहनूं किन्ना एक बदले दे विच रेवन्यू आऊगा कुछ खर्चा करके, ते एक खर्चा किस तरीके दा है आप ऑलरेडी पढ़ चुके हैं, सैलरी वेज दे के, पेंशना दे के, लोकां नूं रिटायरमेंट बेनीफिट दे के, सबसिडियां दे के, इंटरस्ट पेमेंट। सो ये है टोटल 1,03,879.91 करोड़। सो उस तो बाद है कैपिटल एक्सपेंडिचर। सो जिहड़ा कैपिटल एक्सपेंडिचर है ये थोड़ा जिहा ही है 14,134.27 करोड़। ते कहंदे होर सरकार नूं की लगदा भी रेवन्यू ते कैपिटल एक्सपेंडिचर तो बिना सरकार दे कोल होर किहड़ियां चीज़ां तो टोटल एक्सपेंडिचर टोटल खर्चा हो सकता है। सो ये हो सकता है जे सरकार नूं पब्लिक डेट रीपे करना पै जाए, या जिहड़ा आरबीआई तो पैसा लिया सी वेज एंड मीन वाला वो एकदम रीपे करना पै जाए, या कोई होर लोन वगैरह लैने पै जाण। सो ये 3 तरह के होर खर्चे ने जिहड़े कि टोटल एक्सपेंडिचर दे विच ऐड हुंदे ने। सो टोटल एक्सपेंडिचर कितना एस्टीमेट कर रहे हैं आपां 1,68,015.19 करोड़। सो 3 तरह के डेफिसिट पढ़े ने मैं तुहानूं समझाए ने भी रेवन्यू डेफिसिट किहड़ा हुंदा, फिस्कल किहड़ा हुंदा, प्राइमरी किहड़ा। सो जिहड़ी इन्हां दी परसेंटेज है ये बहुत इंपॉर्टेंट एग्जाम दे लई। सो तुसीं इहनूं इसे तरह टैबुलर फॉर्म दे विच याद करो
मैं इनू थोड़ा कलरफुल एंड थोड़ा ईजी विजिबली इसलिए बनाया क्योंकि बहुत बारी स्टूडेंट्स बजट देख के डर जाते हैं भी इन्नियां अमाउंट्स ने। सो मैं थोड़ा जिहा तुहाडे लई ईजी करने की कोशिश की है क्योंकि जदों कोई चीज़ आपां नूं देखण नूं सोहनी लगदी है तो अपना पढ़न का भी जी करदा, आपां नूं चीज़ बोरिंग नहीं लगती। सो हुण आपां देखदे हां कि जिहड़ा रेवन्यू है ਇਹ 1.42%, फिजिकल 3.99%, प्राइमरी 0.65%. So now we are moving forward towards Punjab's economy. वैसे ਤਾਂ ਇਹ टॉपिक है ਜਿਹੜਾ ਉਹ इकोनॉमिक सर्वे ਦੇ अंदर डिटेल ਵਿੱਚ ਆਉਂਦਾ, ਪਰ ਉਰੇ मैं सिर्फ एक रेफरेंस देने ਦੇ ਲਈ ਤੁਹਾਨੂੰ ਦੋ ਮੇਨ ਚੀਜ਼ਾਂ ਪਾਤੀਆਂ ਨੇ ਪੰਜਾਬ ਦੀ ਇਕਨੋਮੀ ਨਾਲ ਰਿਲੇਟਡ। सो तुसी मैनू कमेंट सैक्शन ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਪੰਜਾਬ ਬਜਟ ਵਾਲਾ ਟੌਪਿਕ ਕਿਵੇਂ ਲੱਗਿਆ, ਸੋ ਦੈਟ ਮੈਂ ਜਲਦੀ ਹੀ ਇਕਨੋਮਿਕ ਸਰਵੇ ਵੀ ਤੁਹਾਡੇ ਲਈ ਲੈ ਕੇ ਆਵਾਂ। ਸੋ ਹੁਣ ਆਪਾਂ ਦੇਖ ਲੈਂਦੇ ਆ ਕਿ ਪੰਜਾਬ ਦੀ ਜਿਹੜੀ GSDP ਹੈ, ਆਪਾਂ ਨੂੰ ਪਤਾ ਹੈ ਕਿ ਇੰਡੀਆ ਲੈਵਲ ਤੇ ਜਿਹੜੀ ਆਪਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਪੜ੍ਹਦੇ ਹੁੰਦੇ ਆ, ਨੈਸ਼ਨਲ ਇਨਕਮ ਜਿਹਦੇ ਨਾਲ ਕੈਲਕੂਲੇਟ ਕਰਦੇ ਆ, GDP ਕਹਿੰਦੇ ਆ ਜਿਹਨੂੰ ਆਪਾਂ, ਤੇ ਸਟੇਟ ਨੂੰ ਲੈ ਕੇ ਜਿਹੜੀ ਹੁੰਦੀ ਹੈ ਸਟੇਟ ਦੀ ਇਨਕਮ ਉਹਨੂੰ ਆਪਾਂ GSDP ਕਹਿੰਦੇ ਆ। ਸੋ GSDP ਤੋਂ ਮਤਲਬ ਹੈ ग्रॉस स्टेट डोमेस्टिक प्रोडक्ट। सो ये अपने याद रखना है कि GSDP की फुल फॉर्म की है। सो कहते 2020-21 ਦੇ ਵਿੱਚ ਜਿਹੜੀ ਪੰਜਾਬ ਦੀ GSDP ਸੀ ਇਹ 6.4% ਘਟੀ ਹੈ, ਕੰਟਰੈਕਟ ਕੀਤੀ ਹੈ। ਆਪਾਂ ਦੇਖ ਸਕਦੇ ਹਾਂ ਕਿ ਘਾਟਾ ਹੋਇਆ ਆਪਣੀ ਸਟੇਟ ਨੂੰ। ਤੇ ਜੇ ਆਪਾਂ ਇੰਡੀਆ ਲੈਵਲ ਤੇ ਗੱਲ ਕਰੀਏ ਤਾਂ ਇੰਡੀਆ ਦੀ ਜਿਹੜੀ ਐਸਟੀਮੇਟ ਕੀਤੀ ਜਾ ਰਹੀ ਹੈ ਉਹ ਕੀਤੀ ਜਾ ਰਹੀ ਹੈ 8%। ਸੋ ਦੇਖ ਸਕਦੇ ਹਾਂ ਕਿ ਓਵਰਆਲ ਇੰਡੀਆ ਤੇ ਵੀ ਕਿੰਨਾ ਬੁਰਾ ਅਸਰ ਪਿਆ ਪਿਛਲੇ 1 ਸਾਲ ਦੇ ਵਿੱਚ ਇਕਨੋਮੀ ਤੇ ਪੰਜਾਬ ਦੀ ਵੀ 6.4%। ਇਹ 6.4% ਤੁਹਾਨੂੰ ਟਿਪਸ ਤੇ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ। ਸੋ 2020-21 ਦੇ ਵਿੱਚ ਜੇ ਆਪਾਂ ਅਲੱਗ-ਅਲੱਗ ਸੈਕਟਰਸ ਦੀ ਗੱਲ ਕਰੀਏ ਜਿਵੇਂ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਤਿੰਨ ਤਰ੍ਹਾਂ ਦੇ ਮੇਨ ਸੈਕਟਰ ਨੇ ਆਪਣੀ ਇਕਨੋਮੀ ਦੇ। ਸੋ ਐਗਰੀਕਲਚਰ ਪ੍ਰਾਇਮਰੀ ਸੈਕਟਰ, मैन्युफैक्चरिंग सैकेंडरी सैक्टर आंदा, फिर सर्विस सैक्टर आंदा, टर्शरी सैक्टर थर्ड। सो इन्हां दा जिहड़ा अलग-अलग कंट्रीब्यूशन रहा ये भी बहुत इंपॉर्टेंट है। सो एग्रीकल्चर दा योगदान अपने पंजाब दी इनकम दे विच 27% सी, दूजे नंबर ते सी मैन्युफैक्चरिंग दा ते सर्विसेज दा सी 49%। कहंदे वाइल एग्रीकल्चर वुड ग्रो बाय 5.3%, एग्रीकल्चर दे विच पॉजिटिविटी आई, एग्रीकल्चर ग्रो किता। ये बहुत ज़्यादा इंपॉर्टेंट पॉइंट है कि एग्रीकल्चर है जिहड़ा वो ग्रो किता ते जिहड़े दूजे दो सैक्टर ने वो पिछले सालां नालों नीचे गए ने 8.4% ते 9.4%। सो ये जिहड़े 6% नाल रिलेटेड मैं तुहानूं उरे दिते ने नंबर दिते ने, ये तुहानूं बहुत चंगी तरह याद होने चाहिए ने क्योंकि एक दो क्वेश्चन 100% ਤੁਸੀਂ ਇਹਨਾਂ ਦੇ ਵਿੱਚੋਂ ਐਕਸਪੈਕਟ ਕਰ ਸਕਦੇ ਹੋ ਕਿਸੇ ਵੀ ਆਉਣ ਵਾਲੇ ਐਗਜ਼ਾਮ ਦੇ ਵਿੱਚ। ਸੋ ਹੁਣ ਆਪਾਂ ਦੇਖ ਲੈਂਦੇ ਆ ਕਿ ਸਰਕਾਰ ਆਪਾਂ ਨੇ ਇਹ ਤਾਂ ਕਹਿਤਾ ਵੀ ਬਜਟ ਐਲੋਕੇਟ ਕਰ ਰਹੀ ਹੈ, ਇੱਕ ਬਜਟ ਤਿਆਰ ਕਰ ਲਿਆ ਵੀ ਸਾਡਾ ਇੰਨਾ ਖਰਚਾ ਹੋਊ, ਇੰਨੀ ਇਨਕਮ ਆਊ। ਹੁਣ ਕਹਿੰਦੇ ਇਹ ਪੈਸਾ ਕਿੱਥੋਂ ਆਉਂਦਾ? ਸਰਕਾਰ ਜਿਹੜਾ ਇਹ ਬਜਟ ਐਲੋਕੇਟ ਕਰਦੀ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ ਵੀ 1,68,000 ਅਰਾਊਂਡ ਜਿਹੜਾ ਕਰੋੜ, ਇੰਨੇ ਕਰੋੜ ਰੁਪਏ ਦਾ ਬਜਟ ਇਸ ਵਾਰ ਦਾ ਆਪਣਾ ਸੀਗਾ। ਸੋ ਇਹ ਪੈਸਾ ਆਉਂਦਾ ਕਿੱਥੋਂ ਹੈ ਤੇ ਪੈਸਾ ਜਾਂਦਾ ਕਿੱਥੇ ਹੈ? ਇਹ ਦੋ ਚੀਜ਼ਾਂ ਆਪਾਂ ਨੇ ਬਜਟ ਦੇ ਅੰਦਰ ਧਿਆਨ 'ਚ ਪੜ੍ਹਨੀਆਂ ਨੇ। ਸੋ ਪਹਿਲਾ ਆਉਂਦਾ ਕਿ ਜਿਹੜੀ ਸੈਂਟਰ ਤੋਂ ਹੈਲਪ ਮਿਲਦੀ ਆ ਆਪਾਂ ਨੂੰ ਗ੍ਰਾਂਟਸ ਇਨ ਏਡ ਦੀ ਫਾਰਮ 'ਚ, ਕੋਈ ਸਕੀਮਾਂ ਨੂੰ ਲੈ ਕੇ ਜਾਂ ਜਿੰਨਾ ਵੀ ਹੋਰ ਸਟੇਟਸ ਨੂੰ ਕੋਈ ਗ੍ਰਾਂਟ ਦਿੰਦੀ ਹੈ ਸੈਂਟਰ ਦੀ ਸਰਕਾਰ 29%। ਜੇ ਆਪਾਂ ਪਿਛਲੀ ਵਾਰ ਦੀ ਗੱਲ ਕਰੀਏ ਤਾਂ 29% ਆਪਣੇ ਕੋਲ ਸੈਂਟਰ ਤੋਂ ਆਇਆ। ਫਿਰ ਆਉਂਦਾ ਪਬਲਿਕ ਡੈਟ 28% ਇਹਦੇ ਤੋਂ ਆਇਆ। ਜਿਹੜਾ ਸਟੇਟ ਦਾ ਆਪਣਾ ਟੈਕਸ ਰੈਵਨਿਊ ਹੈ, ਸਟੇਟ ਨੂੰ ਜਿਹੜਾ ਸਿੱਧਾ ਟੈਕਸ ਆਉਂਦਾ ਉਹਦੇ ਤੋਂ ਆਪਣੇ ਕੋਲ 28% ਦਾ ਪੈਸਾ ਆਇਆ। ਸੈਂਟਰ ਦੇ ਟੈਕਸ ਤੋਂ 9% ਆਇਆ, ਨॉन ਟੈਕਸ ਰੈਵਨਿਊ ਤੋਂ 6% ਆਇਆ ਤੇ ਨॉन ਡੈਟ ਰਿਸੀਵ ਤੋਂ ਨਿਗਲੀਜੀਬਲ ਦੇ ਬਰਾਬਰ। ਸੋ ਜਿਹੜੀ ਪਰਸੈਂਟੇਜ ਹੈ ਇਹ ਟੋਟਲ ਰਿਸੀਵਡ ਦੀ ਹੈ ਬਿਨਾ ਐਕਸਕਲੂਡ ਕੀਤੇ RBI ਦੀ ਹੈਲਪ। ਸੋ ਵੇਜ਼ ਐਂਡ ਮੀਨਸ ਐਡਵਾਂਸਿਸ ਨੂੰ ਕੱਢ ਕੇ। ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਕਿ ਜਿਹੜਾ ਆਪਾਂ ਬਜਟ ਐਸਟੀਮੇਟ ਦੇ ਵਿੱਚ ਰੁਪੀ ਦੀ ਵੈਲਿਊ ਕੈਲਕੂਲੇਟ ਕਰਦੇ ਹਾਂ ਕਿ ਆਪਣੇ ਕੋਲ ਕਿੱਥੋਂ ਪੈਸਾ ਆਇਆ, from where rupee comes, ਇਹਦੇ ਵਿੱਚ whether we include WMA, ways and means advances or not।
ਸੋ ਇਹ ਆਪਾਂ ਨੇ ਯਾਦ ਰੱਖਣਾ ਹੈ ਕਿ ਜਦੋਂ ਵੀ ਆਪਾਂ ਟੋਟਲ ਰਿਸੀਪਟ ਦੇਖਦੇ ਹਾਂ ਪੈਸੇ ਨੂੰ ਲੈ ਕੇ ਬਜਟ ਦੇ ਵਿੱਚ, ਤਾਂ ਆਪਾਂ ਵੇਜ਼ ਐਂਡ ਮੀਨ ਐਡਵਾਂਸਿਸ ਨੂੰ ਕੱਢ ਦਿੰਦੇ ਹਾਂ। ਕਿਉਂ? ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਕਿ ਟੈਂਪਰੇਰੀ ਨੇਚਰ ਦੀ ਹੈਲਪ ਹੈ। ਇਹ ਆਰਬੀਆਈ ਨੇ ਤੁਹਾਨੂੰ ਪੱਕੇ ਤੌਰ ਤੇ ਪੈਸਾ ਨਹੀਂ ਦਿੱਤਾ। ਆਰਬੀਆਈ ਨੇ ਤੁਹਾਨੂੰ ਕੁਝ ਸਮੇਂ ਦੇ ਲਈ ਤੁਹਾਡਾ ਜਿਹੜਾ ਇੱਕ ਉੱਪਰ ਨੀਚੇ ਚੱਲ ਰਿਹਾ ਹਿਸਾਬ ਕਿਤਾਬ ਉਹਨੂੰ ਠੀਕ ਕਰਨ ਦੇ ਲਈ ਪੈਸਾ ਦਿੱਤਾ ਹੈ। ਸੋ ਇਹਨੂੰ ਆਪਾਂ ਜਿਹੜੀ ਪੱਕੀ ਰਿਸੀਪਟ ਹੈ, ਇਨਕਮ ਆ, ਉਹਦੇ 'ਚ ਨਹੀਂ ਪਾ ਸਕਦੇ। ਸੋ ਫਿਰ ਆਉਂਦਾ ਕਿ ਪੈਸਾ ਜਾਂਦਾ ਕਿੱਥੇ ਹੈ। 32% ਪਿਛਲੀ ਵਾਰੀ ਗਿਆ ਅਦਰ ਰੈਵਨਿਊ ਐਕਸਪੈਂਡੀਚਰ, 20% ਗਿਆ ਸਰਕਾਰੀ ਸੈਲਰੀਆਂ ਦੇਣ ਦੇ ਵਿੱਚ, ਇੰਟਰਸਟ ਪੇਮੈਂਟ 15%, ਰੀਪੇਮੈਂਟ ਆਫ ਪਬਲਿਕ ਡੈਟ 13%, ਕੈਪੀਟਲ ਐਕਸਪੈਂਡੀਚਰ 10%, ਪੈਨਸ਼ਨ ਤੇ ਰਿਟਾਇਰਮੈਂਟ ਲਈ 9% ਤੇ ਐਡਵਾਂਸਿਸ ਆਫ ਲੋਨ ਲਈ 1%। ਸੋ ਜਿਹੜਾ ਇਹ ਪਰਸੈਂਟੇਜ ਹੈ ਟੋਟਲ ਐਕਸਪੈਂਡੀਚਰ ਦੀ, ਇਹਦੇ ਵਿੱਚ ਵੀ ਜਿਹੜਾ ਆਪਾਂ ਨੇ ਵੇਜ਼ ਐਂਡ ਮੀਨ ਐਡਵਾਂਸਿਸ ਦਾ ਪੈਸਾ ਵਾਪਿਸ ਆਰਬੀਆਈ ਨੂੰ ਪੇ ਕਰਤਾ, ਆਪਾਂ ਉਹਨੂੰ ਕੈਲਕੂਲੇਟ ਨਹੀਂ ਕਰ ਰਹੇ, ਉਹਨੂੰ ਵਿੱਚ ਐਡ ਨਹੀਂ ਕਰ ਰਹੇ, ਕਿਉਂਕਿ ਉਹ ਤਾਂ ਇੱਕ ਅਲੱਗ ਤੋਂ ਟੈਂਪਰੇਰੀ ਆਪਣੇ ਕੋਲ ਆਇਆ ਤੇ ਜਦੋਂ ਆਪਣੇ ਕੋਲ ਪੈਸਾ ਪੂਰਾ ਹੋ ਗਿਆ ਆਪਾਂ ਨੇ ਵਾਪਿਸ ਕਰਤਾ। ਸੋ ਇਸ ਚੀਜ਼ ਨੂੰ ਆਪਾਂ ਕਦੇ ਵੀ ਵਿੱਚ ਕੈਲਕੂਲੇਟ ਨਹੀਂ ਕਰਦੇ। ਪਰ ਜਦੋਂ ਆਪਾਂ ਟੋਟਲ ਐਕਸਪੈਂਡੀਚਰ ਦੀ ਗੱਲ ਕਰ ਰਹੇ ਹਾਂ ਤਾਂ ਸਿਰਫ ਆਪਾਂ ਨੇ ਉੱਥੇ ਵੇਜ਼ ਐਂਡ ਮੀਨਸ ਐਡਵਾਂਸਿਸ ਨੂੰ ਪਾਇਆ। ਪਰ ਜਦੋਂ ਆਪਾਂ ਰੂਪੀ ਗੋਜ਼ ਟੂ ਇਹ ਚੀਜ਼ ਪੜ੍ਹਦੇ ਹਾਂ, ਇਹਦੇ 'ਚ ਆਪਾਂ ਉਹਨੂੰ ਐਡ ਨਹੀਂ ਕਰਾਂਗੇ। ਸੋ ਹੁਣ ਆਪਾਂ ਓਵਰਆਲ ਦੇਖ ਲੈਂਦੇ ਹਾਂ ਕਿ ਕਿਹੜੇ ਸੈਕਟਰ ਦੇ ਉੱਤੇ ਸਭ ਤੋਂ ਜ਼ਿਆਦਾ ਬਜਟ ਦੇ ਵਿੱਚ ਆਊਟਲੇ ਰੱਖਿਆ ਗਿਆ, ਪੈਸੇ ਦੀ ਐਲੋਕੇਸ਼ਨ ਕੀਤੀ ਗਈ। ਸੋ ਐਗਰੀਕਲਚਰ ਤੇ ਐਲੀਡ ਐਕਟੀਵਿਟੀਜ਼ ਦੇ ਵਿੱਚ 15.13%, ਜਿਹੜੀ ਇਹ ਪਰਸੈਂਟੇਜ ਹੈ ਇਹ 100% ਚੋਂ ਆਪਾਂ ਕੱਢ ਰਹੇ ਹਾਂ ਇਹ ਟੋਟਲ ਬਜਟ ਦੇ ਵਿੱਚੋਂ, ਕਿ ਟੋਟਲ ਬਜਟ ਦਾ ਕਿੰਨਾ ਹਿੱਸਾ ਕਿਹੜੇ ਸੈਕਟਰ 'ਚ ਗਿਆ। ਸੋ ਰੂਰਲ ਪੇਂਡੂ ਖੇਤਰਾਂ ਦੀ ਡਿਵੈਲਪਮੈਂਟ ਦੇ ਲਈ 6.98, ਇਰੀਗੇਸ਼ਨ ਸਿੰਚਾਈ ਫਲੱਡ ਕੰਟਰੋਲ ਲਈ 5.8, ਐਨਰਜੀ ਦੇ ਲਈ 0.62, ਇੰਡਸਟਰੀ ਦੇ ਲਈ 0.46, ਟਰਾਂਸਪੋਰਟ 5.48, ਸਾਇੰਸ ਟੈਕਨੋਲੋਜੀ ਤੇ ਇਨਵਾਇਰਨਮੈਂਟ ਲਈ 1.33, ਹੋਰ ਕੋਈ ਇਕਨੋਮਿਕ ਸਰਵਿਸ ਜਨਰਲ 1.77, ਸੋਸ਼ਲ ਸਰਵਿਸ ਦੇ ਉੱਤੇ 62.18%, ਹਾਈਐਸਟ ਆਊਟਲੇ। ਯੂ ਮਸਟ ਰਿਮੈਂਬਰ ਦਿਸ ਟਰਮ, ਇਹਦੀ ਤੁਸੀਂ ਅਮਾਊਂਟ ਵੀ ਯਾਦ ਰੱਖਣੀ ਹੈ, ਤੁਸੀਂ ਇਹਦੀ ਪਰਸੈਂਟੇਜ ਵੀ ਤੇ ਇਹਦਾ ਨਾਮ ਵੀ। ਸੋਸ਼ਲ ਸਰਵਿਸ 'ਚ ਆ ਗਿਆ ਜਿੰਨੀਆਂ ਪੈਨਸ਼ਨ ਸਕੀਮਸ ਨੇ, ਕੋਈ ਵਿਧਵਾ ਦੀ ਪੈਨਸ਼ਨ ਹੈ, ਕੋਈ ਆਪਾਂ ਨੇ ਐਸਸੀ ਜਿਹੜੀਆਂ ਕੈਟੇਗਰੀਜ਼ ਦੀਆਂ ਕੁੜੀਆਂ ਨੇ ਉਹਨਾਂ ਨੂੰ ਸ਼ਗਨ ਸਕੀਮ, ਆਸ਼ੀਰਵਾਦ ਸਕੀਮ ਹੈ, ਉਹਦਾ ਆਪਾਂ ਨੇ ਪੈਸਾ ਵਧਾਤਾ। ਜਾਂ ਇਹਦੇ ਵਿੱਚ ਜਿਵੇਂ ਆਪਾਂ ਨੇ ਔਰਤਾਂ ਦੇ ਲਈ ਟਰਾਂਸਪੋਰਟੇਸ਼ਨ ਫ੍ਰੀ ਕਰਤੀ, ਸਰਕਾਰੀ ਬੱਸ ਸਰਵਿਸ ਫ੍ਰੀ ਕਰਤੀ। ਸੋ ਸੋਸ਼ਲ ਸਰਵਿਸ ਇਹ ਹਰ ਤਰ੍ਹਾਂ ਦੀ ਚੀਜ਼ ਇਨਕਲੂਡ ਕਰਦੀ ਹੈ। ਜਾਂ ਫਿਰ ਫਿਜ਼ੀਕਲੀ ਡਿਸੇਬਲ ਲੋਕ ਨੇ ਜਿਹੜੇ, ਉਹਨਾਂ ਲਈ ਕੋਈ ਹੈਲਪ ਕੀਤੀ ਹੈ। ਸੋ ਕਿਸੇ ਵੀ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਜਿਹੜੀ ਸਰਵਿਸ ਸਕੀਮਸ ਹੁੰਦੀਆਂ ਨੇ ਜਿਹੜੀਆਂ ਸਰਕਾਰ ਦੀਆਂ, ਉਹ ਇਹ ਚੀਜ਼ ਦੇ ਅੰਦਰ ਆਉਂਦੀਆਂ ਨੇ ਤੇ ਇਹਦੇ ਲਈ ਸਭ ਤੋਂ ਜ਼ਿਆਦਾ ਪੈਸਾ ਇਸ ਵਾਰ ਦਾ ਐਲੋਕੇਟ ਕੀਤਾ। ਤੇ ਲਾਸਟ ਵਿੱਚ ਜਿਹੜੀਆਂ ਰਹਿ ਗਈਆਂ ਕੋਈ ਜਨਰਲ ਸਰਵਿਸਿਜ਼ ਨੇ ਉਹਨਾਂ ਲਈ 0.98%। ਸੋ ਇਹ ਆਪਾਂ ਨੇ ਯਾਦ ਰੱਖਣਾ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਘੱਟ ਪੈਸਾ ਰੱਖਿਆ ਗਿਆ ਇੰਡਸਟਰੀ ਐਂਡ ਮਿਨਰਲਸ ਲਈ। ਇਹਦੇ ਤੋਂ ਹੀ ਪਤਾ ਲੱਗਦਾ ਕਿ ਮਤਲਬ ਇੱਕ ਕੁਐਸਚਨ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਇੰਡਸਟਰੀ ਉੱਤੇ ਧਿਆਨ ਕਿਉਂ ਨਹੀਂ ਜ਼ਿਆਦਾ ਦਿੱਤਾ ਜਾ ਰਿਹਾ। ਸੋ ਹੁਣ ਆਪਾਂ ਆਪਣਾ ਮੇਨ ਜਿਹੜੀ ਚੀਜ਼ ਹੈ ਬਜਟ ਦੀ ਇੰਪੋਰਟੈਂਟ ਆਪਣੇ ਐਲੋਕੇਸ਼ਨਸ ਦੇਖ ਚੁੱਕੇ ਹਾਂ ਤੇ ਹੁਣ ਆਪਾਂ ਗੱਲ ਕਰਾਂਗੇ ਕਿ ਇਨੀਸ਼ੀਏਟਿਵ ਸਰਕਾਰ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਲੈ ਕੇ ਪਹਿਲ ਕੀਤੀ ਹੈ, ਨਵੀਆਂ ਜਾਂ ਕੁਝ ਪੁਰਾਣੀਆਂ ਦੇ ਵਿੱਚ ਐਡ ਕੀਤਾ ਹੈ। ਸੋ ਉਹ ਸਾਰੀਆਂ ਚੀਜ਼ਾਂ ਹੁਣ ਆਪਾਂ ਦੇਖਾਂਗੇ ਤੇ ਮੈਂ ਤੁਹਾਨੂੰ ਹਰ ਸੈਕਟਰ ਦੀ ਅਲੱਗ ਤੋਂ ਸਲਾਈਡ ਪ੍ਰੋਵਾਈਡ ਕਰਵਾ ਰਹੀ ਹਾਂ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਇਹ ਦੇਖਣਾ ਕਿ ਜਿਵੇਂ ਐਗਰੀਕਲਚਰ ਉਹਦੇ ਲਈ ਮੇਨ ਕੀ ਆਇਆ, ਐਜੂਕੇਸ਼ਨ ਲਈ ਕੀ ਆਇਆ। ਸੋ ਜੇ ਤੁਸੀਂ ਈਵਨ ਯਾਦ ਵੀ ਕਰਨਾ ਹੋਵੇ ਜਾਂ ਰਿਵਾਈਜ਼ ਕਰਨਾ ਹੋਵੇ ਤਾਂ ਤੁਸੀਂ ਅਲੱਗ-ਅਲੱਗ ਤੋਂ ਟੌਪਿਕ ਵਾਈਜ਼ ਕਰ ਸਕੋ। ਸੋ ਐਗਰੀਕਲਚਰ ਬਾਰੇ ਪਹਿਲਾਂ ਦੇਖਦੇ ਹਾਂ। ਜਿਹੜਾ ਡੈਟ ਰਿਲੀਫ ਹੈ, ਕਰਜ਼ਾ ਮਾਫ ਹੈ, ਉਹ 1712 ਕਰੋੜ ਰੁਪਇਆ ਉਹਦੇ ਲਈ ਅਲੱਗ ਤੋਂ ਕੀਤਾ ਹੈ। ਫ੍ਰੀ ਪਾਵਰ ਟੂ ਫਾਰਮਰਸ, ਬਿਜਲੀ ਜਿੰਨੇ ਵੀ ਕਿਸਾਨ ਨੇ ਉਹਨਾਂ ਨੂੰ ਫ੍ਰੀ ਦੇ ਵਿੱਚ 7180 ਕਰੋੜ। ਸੋ ਇਹ ਸਾਰੀਆਂ ਅਮਾਊਂਟਸ ਕਰੋੜ ਦੇ ਵਿੱਚ ਨੇ। ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ, ਬਹੁਤ ਇੰਪੋਰਟੈਂਟ ਸਕੀਮ ਨਿਕਲ ਕੇ ਆਉਂਦੀ ਹੈ। ਸੋ ਜਿੰਨੀਆਂ ਵੀ ਮੈਂ ਤੁਹਾਨੂੰ ਚੀਜ਼ਾਂ ਪੜ੍ਹਾਉਂਗੀ ਇਹਨਾਂ ਦੇ ਵਿੱਚੋਂ ਕੁਝ ਸਕੀਮਸ ਜਾਂ ਜਿਵੇਂ ਕੁਝ ਨਵੀਆਂ ਇਸਟੈਬਲਿਸ਼ਮੈਂਟ ਨੇ, ਕੋਈ ਨਵੀਂ ਚੀਜ਼ਾਂ ਬਣਾਈਆਂ ਨੇ, ਕੋਈ ਨਵੀਂ ਬਿਲਡਿੰਗਸ ਬਣਾਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਨਾਲ ਦੀ ਨਾਲ ਯਾਦ ਕਰ ਲੈਣੀਆਂ ਨੇ। ਸੋ K3P ਐਗਜ਼ਾਮ ਦੇ ਵਿੱਚ ਆ ਸਕਦਾ ਹੈ ਕਿ ਇਹ ਕਿਹੜੀ ਸਕੀਮ ਹੈ। ਇਹ ਹੈ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਤੇ ਇੱਕ ਹੈ ਕ੍ਰਿਸ਼ੀ ਵਿਕਾਸ ਯੋਜਨਾ, ਇਹਦੇ ਲਈ 200 ਕਰੋੜ।
पानी बचाओ पैसा कमाओ, सो पानी बचाओ पैसा कमाओ ਇਹਦੇ ਲਈ 10 करोड़। अंडरग्राउंड पाइपलाइन प्रोजेक्ट 100 करोड़। यूटिलाइजेशन ऑफ ट्रीटेड वाटर फॉर इरीगेशन पर्पस, डाइवर्सिफिकेशन ऑफ एग्रीकल्चर कि एग्रीकल्चर नवीं टैक्नीकां लैके आओ, नवीं टैक्नोलॉजी यूज करो, ये सारा कुछ डाइवर्सिफिकेशन। फिर एक विलेज है गोबिंदगढ़ फाजिलका जिले दे विच, उत्थे नवां सेंटर खोलना है सब्जियां नूं लैके, सेंटर ऑफ एक्सीलेंस फॉर वैजिटेबल, जिहदे लई 10 करोड़ रुपया बजट दे विच रखिया गया। सो ये जेड़े भी नाम आउणगे, जिथे भी नवीं जगह ते जो भी कोई सेंटर रिसर्च सेंटर इस्टैबलिश किया जाऊगा, यही क्वेश्चन ने जेड़े कि बजट चों बनदे ने। सो स्कीम्स प्लस नवीं प्लेसिस, ये आपां ने याद रखनियां ने। सो फिर एक PGI-HRE पोस्ट ग्रेजुएट इंस्टीट्यूट ऑफ हॉर्टिकल्चर रिसर्च एजुकेशन अमृतसर दे विच बनाया जाऊ 24 करोड़ दी लागत दे नाल। Then comprehensive and productive use of treated wastewater from STPs in Satluj, Beas, Ghaggar river catchments, agriculture marketing innovation research and intelligence center बनाया जाऊगा 8 करोड़ दी लागत दे नाल। Next is corporation, establishment of Punjab Sugarcane Research Development Institute। बहुत इंपॉर्टेंट क्वेश्चन बनता है कि नवा एक गन्ने दे लई शुगर केन दी रिसर्च करन दे लई एक इंस्टीट्यूट इस्टैबलिश किया जाऊगा, जो कि 2021-22 दे बजट विच पंजाब सरकार ने कहा है। ये कित्थे किया जाऊ? कलानौर। कलानौर कित्थे है? डिस्ट्रिक्ट गुरदासपुर दे विच। सो बेसिकली उरे किसानां नूं ट्रेनिंग दित्ती जाऊ, रिसर्च डेवलपमेंट करवाई जाऊ कि ओह गन्ने दी जिहड़ी कल्टीवेशन है ओहदे विच प्रमोशन करन, अपग्रेडेशन करन, नवीं तकनीक दी वरतों करन। सो बेसिकली यह जिन्ने भी शुगर केन ग्रोअर्स ने उन्हां नूं सपोर्ट करन दे लई स्कीम लिआंदी गई है। फिर गुरदासपुर ते बटाला दे विच जिहड़ियां शुगर मिल्स ने उन्हां नूं कहंदे मॉडर्नाइज करो, उन्हां दे विच थोड़ियां तब्दीलियां लैके आओ नवीं तकनीक दे अनुसार। फिर बस्सी पठाणा दे विच 10 करोड़ दी लागत दे नाल एक वेरका दा वड्डा प्रोजेक्ट लॉन्च होगा, मेगा डायरी प्रोजेक्ट। रूरल लिंक रोड्स बनाओ ते उस तो बाद जिन्ने भी कहते नवीं लिंक रोड बनाओ, बस्ती ऑफ SC पुअर सैक्शन ऑफ सोसाइटी, शमशान घाट प्लेसिस ऑफ वर्शिप। कहते जिवें कच्चे रास्ते ने उन्हां नूं हटा के लिंक रोड्स बनाओ, जिवें कोई SC कैटेगरी दे लोकां दी बस्तियां ने, कोई जिथे गरीब लोग रहिंदे ने, शमशान घाट है, जिहड़े इदां दे एरिया ने जिथे लोकां दा आउणा जाना है, तो इदां दे एरिया दे उत्ते कहंदे थोड़ा जिहा नवें सिरे तो वधिया ढंग दीआं सड़कां बनाओ। फिर आउंदी है एनीमल हसबेंडरी, वैटनरी कॉलेज एंड रीजनल रिसर्च सेंटर सप्पां वाली फाजिलका जिला। 18 करोड़ की लागत दे नाल नवां वैटनरी कॉलेज खोलिया जाऊ ते एक जिहड़ा ऑलरेडी वैटनरी पंजाब वैटनरी वैक्सीन इंस्टीट्यूट है उन्होंने अपग्रेड किया जाऊ लुधियाने दे विच। उस तो बाद कहंदे जिहड़ी प्रोडक्शन है अपनी मिल्क दी उन्होंने 7% इंक्रीज होगी। सो ये जिहड़े परसेंटेज ने ये आपां ने याद रखनियां ने। रेज द प्रोडक्शन बाय 7% डेली 425 लाख लीटर। सो इन्ना 7% का मतलब है कि इन्ने लाख लीटर डेली प्रोडक्शन दे विच वाधा करो। फिर 775 कहंदे कैंप लगाए जाणगे पूरे स्टेट दे विच फ्री, जिथे टेस्टिंग होगी मिल्क दी ते अलग-अलग जगह ते 150 पिंडां दे विच जागरूकता कैंपेन लगाए जाणगे, ट्रेनिंग कैंपेन लगाए जाणगे, लोकां नूं दस्सिया जाओ कि तुसीं जिहड़ा दुध है उहदे च मिलावट नहीं करनी, प्योर दो, कोई एडल्ट्रेशन नहीं करनी। सो इदां दी चीज़ां नाल ही कहंदे लोकां नूं डेयरी फार्मिंग करन दे लई जागरूक किया जाऊ, उन्हां नूं ट्रेनिंग दिवाई जाऊ। सो उन्हां नूं मोटिवेट किया जाऊ, उत्साह किया जाऊगा कि तुसीं ज़्यादा तो ज़्यादा डेयरी फार्मिंग वल जाओ, क्योंकि डेयरी फार्मिंग का की फायदा कि यह एग्रीकल्चर डाइवर्सिफिकेशन दे विच आउंदी है कि जिवें कोई डेयरी फार्मिंग कर रहा है ते नाल उहदी थोड़ी बहुत फसल भी है, तो जे बाय चांस उहनूं फसल तो घट थोड़ा जिहा मुनाफा हो रहा है तो उहदे कोल एक सबस्टिट्यूट होवे अपनी इनकम नूं लैके। सो जिहड़ी रूरल एरिया उहदी इनकम नूं उहदी डेवलपमेंट नूं वधाउण दे लई ਇਹ ਜਿਹੜੇ ਇਨੀਸ਼ੀਏਟਿਵਸ ਨੇ ਇਹ ਪੰਜਾਬ ਸਰਕਾਰ ਨੇ ਲਏ ਨੇ। ਸੋ ਉਸ ਤੋਂ ਬਾਅਦ ਫੋਰੈਸਟਰੀ ਐਂਡ ਵਾਈਲਡ ਲਾਈਫ, ਕਹਿੰਦੇ ਆਪਣੇ ਜਿਹੜਾ ਇਨਵਾਇਰਨਮੈਂਟ ਹੈ ਉਹਨੂੰ ਲੈ ਕੇ ਇੱਕ ਬਹੁਤ ਅਹਿਮ ਕਦਮ ਚੁੱਕਿਆ
ਆਪਾਂ ਨੂੰ ਪਤਾ ਹੈ ਕਿ ਜਿਹੜਾ ਆ ਸਾਲ ਚੱਲ ਰਿਹਾ ਹੈ ਇਹਨੂੰ ਪੂਰੇ ਸਾਲ ਨੂੰ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਤੌਰ ਤੇ ਮਨਾਇਆ ਜਾਊਗਾ। ਇਹ ਪੰਜਾਬ ਸਰਕਾਰ ਨੇ ਕਿਹਾ ਹੈ। ਸੋ ਕਹਿੰਦੇ ਇਸੇ ਪਾਵਨ ਅਵਸਰ ਕਰਕੇ 400 ਸੈਪਲਿੰਗਸ ਪੰਜਾਬ ਦੇ ਹਰ ਸਟੇਟ ਦੇ ਪਿੰਡ ਦੇ ਵਿੱਚ ਲਗਾਈਆਂ ਜਾਣਗੀਆਂ। ਤੇ ਇਹਦੇ ਨਾਲ ਹੀ ਕਹਿੰਦੇ ਇੱਕ ਹੋਰ ਚੀਜ਼ ਹੈ ਕਿ ਜਿਹੜੀ ਵਾਈਲਡ ਲਾਈਫ ਹੈ, ਐਨੀਮਲਸ ਵਗੈਰਾ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਮੈਨੇਜਮੈਂਟ ਕੀਤੀ ਜਾਊ, ਪ੍ਰੋਪਰ ਡਿਵੈਲਪਮੈਂਟ ਹੋਊਗੀ। ਤੇ ਹੋਰ ਇੱਕ ਇੰਪੋਰਟੈਂਟ ਗ੍ਰੀਨਿੰਗ ਪੰਜਾਬ ਮਿਸ਼ਨ ਨਿਕਲ ਕੇ ਆਉਂਦਾ। ਤੁਸੀਂ ਮੇਰੇ ਲੈਕਚਰਸ ਦੇ ਵਿੱਚੋਂ ਇੱਕ ਐਗਰੋ ਫੋਰੈਸਟਰੀ ਟੌਪਿਕ ਹੈ, ਉਹਦੇ ਉੱਤੇ ਵੀਡੀਓ ਦੇਖ ਸਕਦੇ ਹੋ ਜਿਹਦੇ ਵਿੱਚ ਮੈਂ ਗ੍ਰੀਨਿੰਗ ਪੰਜਾਬ ਮਿਸ਼ਨ ਬਾਰੇ ਅਲੱਗ ਤੋਂ ਸਾਰੀ ਡੀਟੇਲਡ ਇਨਫੋਰਮੇਸ਼ਨ ਦਿੱਤੀ ਹੋਈ ਹੈ। ਸੋ ਗ੍ਰੀਨਿੰਗ ਪੰਜਾਬ ਮਿਸ਼ਨ ਵੀ ਬੇਸਿਕਲੀ ਏਫੋਰੈਸਟੇਸ਼ਨ ਨੂੰ ਹੀ ਪ੍ਰਮੋਟ ਕਰਦਾ ਕਿ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਓ। ਸੋ ਤੁਸੀਂ ਇਹਦੀ ਪੂਰੀ ਡਿਟੇਲਿੰਗ ਮੇਰੇ ਉਸ ਲੈਕਚਰ ਦੇ ਵਿੱਚੋਂ ਪੜ੍ਹ ਸਕਦੇ ਹੋ, ਮੈਂ ਉਹਦਾ ਲਿੰਕ ਸ਼ੇਅਰ ਕਰ ਦੂੰਗੀ। ਸੋ ਉਸ ਤੋਂ ਬਾਅਦ ਹੈ ਵਾਟਰ ਰਿਸੋਰਸਿਸ। ਸੋ ਪਾਣੀ ਨੂੰ ਲੈ ਕੇ, ਕਨਾਲ ਨੂੰ ਲੈ ਕੇ, ਜਿਵੇਂ ਨਹਿਰਾਂ ਵਗੈਰਾ ਨੇ, ਉਹਨਾਂ ਦੇ ਸਿਸਟਮ ਨੂੰ ਸਹੀ ਕਰਨ ਦੇ ਲਈ, ਨਵੀਂ ਤਰ੍ਹਾਂ ਕੰਸਟਰਕਟ ਕਰਨ ਦੇ ਲਈ ਬਹੁਤ ਸਾਰੀਆਂ ਸਕੀਮਸ ਲਾਂਚ ਕੀਤੀਆਂ ਨੇ। ਸੋ ਇਹ ਸਕੀਮਸ ਦਾ ਆਪਾਂ ਇਕੱਠਾ ਹੀ ਇਹਨਾਂ ਨੂੰ ਦੇਖ ਲਾਂਗੇ ਕਿਹਦੇ ਨਾਲ ਡੀਲ ਕਰਦੀਆਂ ਨੇ। ਸੋ 29 ਨਵੀਆਂ ਸਕੀਮਸ ਨੇ ਜਿਹੜੀਆਂ ਕਿ ਕਨਾਲਸ ਨੂੰ ਲੈ ਕੇ ਨੇ। ਇਹ ਜਿਹੜਾ 29 ਸਕੀਮਸ ਨੇ, ਇਹ ਰੀਮੋਡਲਿੰਗ ਐਂਡ ਰੀਲਾਈਨਿੰਗ ਆਫ ਬਠਿੰਡਾ ਬ੍ਰਾਂਚ, ਜਿਹੜੀ ਬਠਿੰਡੇ ਦੀ ਬ੍ਰਾਂਚ ਆਉਂਦੀ ਹੈ ਉਹਦੇ ਲਈ ਨੇ। ਉਸ ਤੋਂ ਬਾਅਦ ਜਿਹੜਾ ਬੋਹਾ ਟੁੰਡਲ ਸਿਸਟਮ ਹੈ ਉਹਨੂੰ ਰੀਕਨਸਟਰਕਟ ਕਰਨ ਦੇ ਲਈ। ਦੈਨ ਜਿਹੜੀ ਖੰਨਾ ਡਿਸਟ੍ਰੀਬਿਊਟਰੀ ਸਿਸਟਮ ਹੈ ਉਹਦੀ ਜਿਹੜੀ ਕੰਕਰੀਟ ਲਾਈਨਿੰਗ ਹੈ ਉਹਨੂੰ ਦੁਬਾਰਾ ਤੋਂ ਸਹੀ ਕਰਨ ਦੇ ਲਈ। ਤੇ ਜਿਹੜਾ ਬੋਹਾ ਡਿਸਟ੍ਰੀਬਿਊਟਰੀ ਸਿਸਟਮ ਹੈ ਉਹਨੂੰ ਦੁਬਾਰਾ ਤੋਂ ਰੀਕਨਸਟਰਕਟ ਕਰਨਾ ਹੈ। ਉਸ ਤੋਂ ਬਾਅਦ ਕਹਿੰਦੇ ਜਿਹੜਾ ਆਊਟਲੇ ਸੀਗਾ 18 ਮੇਜਰ ਸਕੀਮਸ ਦਾ, ਜਿਹੜੇ ਕਿ ਨਹਿਰਾਂ ਦੇ ਨਾਲ ਰਿਲੇਟਡ ਨੇ, ਉਹਨਾਂ ਦਾ ਜਿਹੜਾ ਪਹਿਲਾ ਪੈਸਾ ਜਿੰਨਾ ਉਹਨਾਂ ਨੂੰ ਦਿੱਤਾ ਹੋਇਆ ਸੀ, ਇਹ 18 ਸਕੀਮਸ ਨੂੰ, ਨਹਿਰਾਂ ਨੂੰ ਵਧੀਆ ਤਰ੍ਹਾਂ ਦੇ ਨਾਲ ਦੁਬਾਰਾ ਤੋਂ ਇਸਟੈਬਲਿਸ਼ ਕਰਨ ਦੇ ਲਈ, ਰੀਕਨਸਟਰਕਟ, ਰੀਹੈਬਿਲਿਟੇਟ ਕਰਨ ਦੇ ਲਈ ਉਹਨਾਂ ਨੂੰ ਡਬਲ ਕਰਤਾ। ਸੋ ਕਹਿੰਦੇ ਜੇ ਪਹਿਲਾਂ 100 ਕਰੋੜ ਦੀ ਲਾਗਤ ਸੀ ਤਾਂ ਹੁਣ ਆਪਾਂ 200 ਕਰੋੜ ਦਵਾਂਗੇ ਨਹਿਰਾਂ ਨੂੰ ਠੀਕ ਕਰਨ ਦੇ ਲਈ। ਸੋ 100 ਕਿਲੋਮੀਟਰ ਲੈਂਥ ਜਿਹੜਾ ਬਿਸਟ ਦੁਆਬ ਕੈਨਾਲ ਸਿਸਟਮ ਹੈ, ਇਹਦਾ 100 ਕਿਲੋਮੀਟਰ ਦਾ ਏਰੀਆ ਦੁਬਾਰਾ ਤੋਂ ਠੀਕ ਕੀਤਾ ਜਾਊਗਾ। ਸਰਹੰਦ ਫੀਡਰ ਦੀ ਜਿਹੜੀ 83 ਕਿਲੋਮੀਟਰ ਦੀ ਲਾਈਨ ਹੈ ਉਹਨੂੰ ਦੁਬਾਰਾ ਤੋਂ ਰੀਲਾਈਨ ਕੀਤੀ ਜਾਊ। ਤੇ ਨਾਲ ਹੀ 96 ਕਿਲੋਮੀਟਰ ਰੀਲਾਈਨਿੰਗ ਹੋਊਗੀ ਰਾਜਸਥਾਨ ਫੀਡਰ ਦੀ। ਸੋ ਇਹ ਇੰਪੋਰਟੈਂਟ 2-3 ਚੀਜ਼ਾਂ ਨਿਕਲ ਕੇ ਆਉਂਦੀਆਂ ਨੇ। ਨੈਕਸਟ ਇਜ਼ ਹੈਲਥ ਐਂਡ ਫੈਮਿਲੀ ਵੈਲਫੇਅਰ। ਆਪਣੀ ਹੈਲਥ ਨੂੰ ਲੈ ਕੇ, ਸਵਾਸਥ ਨੂੰ ਲੈ ਕੇ, ਪਰਿਵਾਰਾਂ ਦੇ ਬੈਨੀਫਿਟ ਲਈ, ਵੈਲਫੇਅਰ ਲਈ ਕਿਹੜੀਆਂ ਸਕੀਮਸ ਨੇ। ਸੋ ਇਹਦੇ ਸਭ ਤੋਂ ਜ਼ਰੂਰੀ ਸਕੀਮ ਆਉਂਦੀ ਹੈ ਮਿਸ਼ਨ ਤੰਦਰੁਸਤ ਪੰਜਾਬ, ਬਹੁਤ ਇੰਪੋਰਟੈਂਟ ਹੈ। ਫਿਰ ਆਉਂਦੀ ਹੈ ਹੈਲਥ ਮਿਸ਼ਨ। ਤੇ ਜਿਹੜਾ ਮਿਸ਼ਨ ਤੰਦਰੁਸਤ ਪੰਜਾਬ ਹੈ, ਜਿਵੇਂ ਹੁਣ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਫਤਿਹ ਕਿੱਟ ਵਗੈਰਾ ਲਾਂਚ ਕੀਤੀ ਹੈ ਜਦੋਂ ਕਰੋਨਾ ਦਾ ਸਮਾਂ ਚੱਲ ਰਿਹਾ ਸੀ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਪੰਜਾਬ ਸਰਕਾਰ ਨੇ ਕੀਤੀਆਂ ਨੇ ਉਹ ਇਸੇ ਮਿਸ਼ਨ ਦੇ ਚੱਲਦੇ ਕੀਤੀਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਪੱਖੋਂ ਹੈਲਥ ਨੂੰ ਲੈ ਕੇ ਕੋਈ ਤੰਗੀ ਨਾ ਆਵੇ। ਫਿਰ ਨਵੇਂ 8 ਮੈਟਰਨਲ ਤੇ ਚਾਈਲਡ ਹੈਲਥ ਵਿੰਗ ਸਟਾਰਟ ਕੀਤੇ ਨੇ, ਜਿਹੜੇ ਸਬ ਡਿਵੀਜ਼ਨਲ ਹਸਪੀਟਲ ਨੇ ਤਲਵੰਡੀ ਸਾਬੋ, ਨਾਭਾ, ਪੱਟੀ, ਡੇਰਾਬੱਸੀ, ਤੇ ਜਿਹੜੇ ਡਿਸਟ੍ਰਿਕਟ ਹਸਪਤਾਲ ਨੇ ਮੁਕਤਸਰ ਦੇ, ਗੁਰਦਾਸਪੁਰ, ਜਾਂ ਕੋਈ ਛੋਟੀਆਂ ਆਪਣੀਆਂ ਜਿਹੜੇ CHCs ਹੁੰਦੀਆਂ ਨੇ ਭਵਾਨੀਗੜ੍ਹ ਤੇ ਰਾਏਕੋਟ ਦੀਆਂ। ਸੋ ਇਹ ਆਪਾਂ ਦੇਖ ਸਕਦੇ ਹਾਂ ਕਿ 8 ਨਵੇਂ ਸੈਂਟਰ ਕਿੱਥੇ-ਕਿੱਥੇ ਸ਼ੁਰੂ ਕੀਤੇ ਨੇ। ਫਿਰ 9 ਆਲਰੇਡੀ ਜਿਹੜੇ ਬਣ ਰਹੇ ਸੀ ਮੈਟਰਨਲ ਤੇ ਚਾਈਲਡ ਹੈਲਥ ਵਿੰਗ, ਉਹਨਾਂ ਨੂੰ ਕੰਪਲੀਟ ਕਰਨ ਬਾਰੇ ਗੱਲ ਕੀਤੀ ਹੈ। ਨਾਲ ਹੀ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜੇ ਵੱਡੇ ਡਿਸਟ੍ਰਿਕਟ ਦੇ ਹਸਪਤਾਲ ਨੇ, ਲੁਧਿਆਣਾ ਹੋ ਗਿਆ, ਫਰੀਦਕੋਟ, ਹੁਸ਼ਿਆਰਪੁਰ, ਬਠਿੰਡਾ, ਬਰਨਾਲਾ, ਉਰੇ ਕਹਿੰਦੇ ਆਪਾਂ ਨੇ ਜਿੰਨੇ ਐਗਜ਼ਿਸਟਿੰਗ ਇਸ ਟਾਈਮ ਬੈੱਡ ਨੇ ਉੱਥੇ ਆਪਾਂ ਨੇ ਨਵੇਂ ਐਡੀਸ਼ਨਲ ਬੈੱਡਸ ਮੁਹੱਈਆ ਕਰਵਾਉਣੇ ਨੇ। ਤੇ ਇਹਦਾ ਟਾਰਗੇਟ ਰੱਖਿਆ ਗਿਆ ਹੈ ਕਿ ਜਿਹੜੀ ਆਪਾਂ ਨੇ ਇਹ ਚੀਜ਼ ਅਨਾਉਂਸ ਕੀਤੀ ਹੈ ਇਨੀਸ਼ੀਏਟਿਵ ਐਡੀਸ਼ਨਲ ਬੈੱਡ ਦਾ, ਇਹਦਾ ਘੱਟੋ ਘੱਟ 50% ਮਾਰਚ 2022 ਤੱਕ ਪੂਰਾ ਹੋ ਜਾਣਾ ਚਾਹੀਦਾ। ਮਤਲਬ ਜੇ ਆਪਾਂ ਨੇ ਕਿਹਾ ਕਿ 100 ਬੈੱਡ ਨਵੇਂ ਲਗਾਉਣੇ ਨੇ ਤਾਂ ਘੱਟੋ ਘੱਟ ਕਹਿੰਦੇ 50 ਬੈੱਡ ਮਾਰਚ 2022 ਤੱਕ ਤੁਸੀਂ ਲਗਾ ਦਿਓ। ਫਿਰ ਆਉਂਦਾ ਕੰਸਟਰਕਸ਼ਨ ਆਫ 3 ਨਿਊ ਡਰੱਗ ਵੇਅਰ ਹਾਊਸਿਸ ਆਫ 1500 ਸਕੁਆਇਰ ਮੀਟਰ ਈਚ। ਸੋ ਇਹ ਕਿੱਥੇ-ਕਿੱਥੇ ਹੋਣਗੇ? ਹੁਸ਼ਿਆਰਪੁਰ, ਫਿਰੋਜ਼ਪੁਰ, ਸੰਗਰੂਰ, ਤੇ ਬਹੁਤ ਸਾਰੇ ਜਿਹੜੇ ਹੈਲਥ ਤੇ ਵੈਲਨੈਸ ਸੈਂਟਰ ਨੇ ਉਹਨਾਂ ਨੂੰ ਦੁਬਾਰਾ ਤੋਂ ਅਪਗ੍ਰੇਡ ਕੀਤਾ। ਤੇ ਜਿਹੜੀ ਆਯੁਸ਼ਮਾਨ ਭਾਰਤ ਸਕੀਮ ਹੈ ਉਹਦੇ ਅੰਦਰ ਹੀ ਸਰਬੱਤ ਸਿਹਤ ਬੀਮਾ ਯੋਜਨਾ, ਸੋ ਇਹਨੂੰ ਇਕੱਠਾ ਕਰਤਾ। ਜਿਹੜੀ ਇੰਡੀਆ ਦੀ ਆਯੁਸ਼ਮਾਨ ਭਾਰਤ ਸਕੀਮ ਹੈ ਉਹਦੇ ਅੰਦਰ ਪੰਜਾਬ ਨੇ ਜਿਹੜੀ ਆਪਣੀ ਸਕੀਮ ਨਾਲ ਜੋੜਤੀ, ਉਹ ਹੈ ਸਰਬੱਤ ਸਿਹਤ ਬੀਮਾ ਯੋਜਨਾ।
ਉਸ ਤੋਂ ਬਾਅਦ ਆਉਂਦੀ ਹੈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ। ਇਹ ਸਕੀਮ 2-3 ਐਗਜ਼ਾਮਸ ਵਿੱਚ ਆਲਰੇਡੀ ਆ ਚੁੱਕੀ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਕੈਂਸਰ ਨੂੰ ਲੈ ਕੇ ਸਕੀਮ ਚਲਾਈ ਹੋਈ ਹੈ ਉਹਦਾ ਨਾਮ ਕੀ ਹੈ। ਸੋ ਉਹਦਾ ਨਾਮ ਹੈ ਰਾਹਤ ਕੋਸ਼ ਸਕੀਮ। ਸੋ ਇਹ ਆਪਾਂ ਨੇ ਯਾਦ ਰੱਖਣੀ ਹੈ। ਤੇ ਜਿਹੜੇ ਜਿੰਨੇ ਵੀ ਸਰਕਾਰੀ ਮੈਡੀਕਲ ਕਾਲਜ ਨੇ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਅਪਗ੍ਰੇਡ ਕੀਤਾ ਜਾਊ। ਤੇ ਨਾਲ ਹੀ ਬਹੁਤ ਇੰਪੋਰਟੈਂਟ ਹੈ ਕਿ ਨਵਾਂ ਮੈਡੀਕਲ ਕਾਲਜ ਤੇ ਹਸਪੀਟਲ ਖੋਲਿਆ ਜਾਊ ਕਪੂਰਥਲੇ ਤੇ ਹੁਸ਼ਿਆਰਪੁਰ। ਤੇ ਇਹਨਾਂ ਦਾ ਨਾਮ ਕੀ ਹੈ? ਸੋ ਜਿਹੜਾ ਹੁਸ਼ਿਆਰਪੁਰ ਵਾਲਾ ਉਹਦਾ ਨਾਮ ਹੈ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ। ਇਹ ਆਪਾਂ ਨੇ ਯਾਦ ਰੱਖਣੇ ਨੇ ਦੋਨੋਂ ਨਾਮ ਐਗਜ਼ਾਮ ਲਈ। ਤੇ ਜਿਹੜਾ ਕਪੂਰਥਲੇ ਵਾਲਾ ਉਹਦਾ ਨਾਮ ਹੋਊਗਾ ਸ਼੍ਰੀ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ। ਫਿਰ ਹੁਣ ਆਪਾਂ ਸਕੂਲਾਂ ਦੀ ਪੜ੍ਹਾਈ ਨੂੰ ਲੈ ਕੇ ਗੱਲ ਕਰਦੇ ਹਾਂ। ਸੋ ਮਿਡ ਡੇ ਮੀਲ ਸਕੀਮ ਇਹ ਆਲਰੇਡੀ ਚੱਲ ਰਹੀ ਹੈ ਬਹੁਤ ਸਮੇਂ ਤੋਂ। ਤਾਂ ਇਹਦੇ ਵਿੱਚ ਦੁਬਾਰਾ ਤੋਂ ਉਹਨਾਂ ਨੇ ਬਜਟ 'ਚ ਅਲੱਗ ਤੋਂ ਪੈਸੇ ਪਾਏ। ਪਰਚੇਜ਼ ਆਫ ਕੰਪਿਊਟਰ ਫॉर ਗਵਰਨਮੈਂਟ ਪ੍ਰਾਇਮਰੀ ਸਕੂਲ। ਕਹਿੰਦੇ ਜਿਹੜੇ ਪ੍ਰਾਇਮਰੀ ਸਕੂਲ ਨੇ ਉਹਨਾਂ ਦੇ ਲਈ ਨਵੇਂ ਕੰਪਿਊਟਰ ਖਰੀਦੇ ਜਾਣ ਦੇ ਲਈ ਅਲੱਗ ਤੋਂ ਪੈਸਾ ਐਲੋਕੇਟ ਕਰਤਾ। ਉਸ ਤੋਂ ਬਾਅਦ ਕਿੰਨਾ ਪੈਸਾ ਰੱਖਿਆ? 50 ਕਰੋੜ। ਸੇਫਟੀ ਐਂਡ ਹਾਈਜੀਨ ਆਫ ਗਰਲ ਸਟੂਡੈਂਟਸ। ਸੋ ਕਹਿੰਦੇ ਜਿਹੜੀਆਂ ਐਡੋਲੈਸੈਂਟ ਗਰਲ ਸਟੂਡੈਂਟਸ ਨੇ ਉਹਨਾਂ ਦੀ ਸਾਫ ਸਫਾਈ ਹਾਈਜੀਨ ਦੇ ਲਈ ਉਸ ਚੀਜ਼ਾਂ ਦੇ ਲਈ ਅਲੱਗ ਤੋਂ ਪੈਸਾ ਬਜਟ ਦੇ ਵਿੱਚ ਐਲੋਕੇਟ ਕੀਤਾ। ਤੇ ਨਾਲ ਹੀ ਜਿਹੜਾ ਨਵਾਂ ਅਕੈਡਮਿਕ ਸੈਸ਼ਨ ਆਊਗਾ ਉਹਦੇ ਵਿੱਚ ਪੰਜਾਬ ਸਟੇਟ ਦੇ 250 ਸਕੂਲਾਂ ਨੂੰ ਨਵੇਂ ਸਿਰੇ ਤੋਂ ਅਪਗ੍ਰੇਡ ਕੀਤਾ ਜਾਊ। ਸਮਾਰਟ ਸਕੂਲ ਦਾ ਜਿਹੜਾ ਸਿਸਟਮ ਚੱਲ ਰਿਹਾ, ਸਮਾਰਟਫੋਨਸ ਦਿੱਤੇ ਜਾਣਗੇ ਬੱਚਿਆਂ ਨੂੰ। ਤੇ ਉਸ ਤੋਂ ਬਾਅਦ ਜਿਹੜੇ ਪਲੇਗਰਾਉਂਡ ਵਗੈਰਾ ਨੇ ਉਹਨਾਂ ਨੂੰ ਰੈਨੋਵੇਟ ਕੀਤਾ ਜਾਊ। ਜਿਮਨੇਜ਼ੀਅਮ ਹਾਲ ਬਣਾਏ ਜਾਣਗੇ ਸਕੂਲਾਂ ਦੇ ਵਿੱਚ। ਹੁਣ ਇੱਕ ਨਵੀਂ ਚੀਜ਼ ਵੀ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਕਿਚਨ ਗਾਰਡਨ ਵੀ ਬਣਵਾ ਰਹੀ ਹੈ। ਸੋ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਪੰਜਾਬ ਸਰਕਾਰ ਟਾਈਮ ਟੂ ਟਾਈਮ ਅਨਾਉਂਸ ਕਰਦੀ ਰਹਿੰਦੀ ਹੈ ਸਕੂਲ ਐਜੂਕੇਸ਼ਨ ਨੂੰ ਲੈ ਕੇ। ਫਿਰ ਹੈ ਹਾਇਰ ਐਜੂਕੇਸ਼ਨ। ਹੁਣ ਆਪਾਂ ਸਕੂਲਾਂ ਦੀ ਗੱਲ ਕਰ ਲਈ, ਹੁਣ ਆਪਾਂ ਗੱਲ ਕਰਾਂਗੇ ਕਾਲਜਾਂ ਦੀ, ਯੂਨੀਵਰਸਿਟੀਆਂ ਦੀ। ਸੋ ਆਲਰੇਡੀ ਕੁਝ ਕਾਲਜ ਦੀ ਕੰਸਟਰਕਸ਼ਨ ਚੱਲ ਰਹੀ ਸੀ, ਕਈਆਂ ਦੀ ਰੈਨੋਵੇਸ਼ਨ ਚੱਲ ਰਹੀ ਸੀ, ਯੂਨੀਵਰਸਿਟੀਜ਼ ਦੀ, ਗਵਰਨਮੈਂਟ ਕਾਲਜਿਸ ਦੀ। ਸੋ ਸਰਕਾਰ ਕਹਿੰਦੀ ਕਿ ਉਹਨਾਂ ਨੂੰ ਇਸ ਸਾਲ ਦੇ ਵਿੱਚ ਪੂਰਾ ਕਰੋ ਤੇ ਉਹ ਪੂਰਾ ਕਰਨ ਦੇ ਲਈ 100 ਕਰੋੜ ਰੁਪਇਆ ਅਲੱਗ ਤੋਂ ਬਜਟ 'ਚ ਪਾਤਾ। ਉਸ ਤੋਂ ਬਾਅਦ ਇੱਕ ਐਜੂਕੇਸ਼ਨ ਕਾਲਜ ਬਣਨਾ ਹੈ ਮਲੇਰਕੋਟਲਾ ਦੇ ਵਿੱਚ ਤੇ ਉਹਦੀ ਕੰਪਲੀਸ਼ਨ ਹੋਊਗੀ। ਨਾਲ ਹੀ ਜਿਹੜਾ ਰਿਪੇਅਰ ਕੰਮ ਹੈ ਜੀਰਾ ਤੇ ਕਾਲਾ ਅਫਗਾਨਾ, ਇਹ ਦੋ ਜਗ੍ਹਾ ਤੇ ਕਾਲਜਿਸ ਦਾ ਉਹ ਵੀ ਪੂਰਾ ਕੀਤਾ ਜਾਊ। ਸੋ ਮਲੇਰਕੋਟਲਾ ਦੇ ਵਿੱਚ ਨਵਾਂ ਕਾਲਜ ਹੋਊਗਾ ਗਰਲਸ ਦੇ ਲਈ। ਤੇ ਮਲੇਰਕੋਟਲਾ ਆਪਾਂ ਨੂੰ ਪਤਾ ਹੈ ਕਿ ਰੀਸੈਂਟਲੀ ਪੰਜਾਬ ਦੀ 23rd ਡਿਸਟ੍ਰਿਕਟ ਅਨਾਉਂਸ ਹੋਈ ਹੈ। ਤੇ ਜੇ ਤੁਸੀਂ ਮਲੇਰਕੋਟਲਾ ਬਾਰੇ ਪੂਰੀ ਡੀਟੇਲ ਪੜ੍ਹਨੀ ਹੈ ਤਾਂ ਮੈਂ ਜੂਨ ਮੰਥ ਦੇ ਜਿਹੜੇ ਕਰੰਟ ਅਫੇਅਰ ਦੀ ਵੀਡੀਓ ਪਾਈ ਹੋਈ ਹੈ ਉਹਦੇ ਵਿੱਚ ਮੈਂ 3-4 ਅਲੱਗ ਤੋਂ ਟੌਪਿਕ ਸਿਰਫ ਮਲੇਰਕੋਟਲਾ ਨੂੰ ਡੈਡੀਕੇਟ ਕਰਕੇ ਐਡ ਕੀਤੇ ਹੋਏ ਨੇ। ਸੋ ਮੈਂ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗੀ, ਸੋ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ 6 ਨਵੇਂ ਹਿਸਟੋਰੀਕਲ ਗਵਰਨਮੈਂਟ ਕਾਲਜ ਸਟਾਰਟ ਕੀਤੇ ਜਾਣਗੇ। ਪੰਜਾਬੀ ਲੈਂਗੁਏਜ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਹੈ। ਤੇ ਹੁਣ ਕੁਝ ਇੰਪੋਰਟੈਂਟ ਅਵਾਰਡ ਆਉਂਦੇ ਨੇ ਜਿਹੜੇ ਪੰਜਾਬ ਸਰਕਾਰ ਦੁਆਰਾ ਦਿੱਤੇ ਜਾਂਦੇ ਨੇ। ਤੇ ਜਿਹੜੇ ਅਵਾਰਡ ਨੇ ਇਹਨਾਂ ਸਾਰਿਆਂ ਦੀ ਅਮਾਉਂਟ ਦੇ ਵਿੱਚ ਵਾਧਾ ਕਰਤਾ। ਸੋ ਜਿਹੜੀ ਅਵਾਰਡ ਮਨੀ ਹੈ ਉਹ ਇਨਕਰੀਜ਼ ਕੀਤੀ ਹੈ। ਤੇ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਇਹ ਟਿਪਸ ਤੇ ਹੋਣਾ ਚਾਹੀਦਾ ਹੈ ਵੀ ਕਿੰਨੇ ਤੋਂ ਕਿੰਨਾ ਇਨਕਰੀਜ਼ ਹੋਇਆ। ਸੋ ਸਭ ਤੋਂ ਪਹਿਲਾਂ ਆਪਾਂ ਉਹ ਦੇਖ ਲੈਂਦੇ ਹਾਂ ਜਿਹੜਾ ਸਾਹਿਤ ਰਤਨ ਅਵਾਰਡ ਹੈ ਪੰਜਾਬ ਦਾ। ਪਹਿਲਾਂ 10 ਲੱਖ ਅਮਾਉਂਟ ਸੀ, ਹੁਣ ਉਹ 20 ਲੱਖ ਕਰਤੀ, ਡਬਲ ਕਰਤੀ। ਸ਼੍ਰੋਮਣੀ ਅਵਾਰਡ 5 ਤੋਂ 10। ਸਰਵੋਤਮ ਸਾਹਿਤਕ ਪੁਸਤਕ ਅਵਾਰਡ ਬੈਸਟ ਲਿਟਰੇਰੀ ਬੁੱਕ ਅਵਾਰਡ 21,000 ਤੋਂ 31,000। ਬੈਸਟ ਪ੍ਰਿੰਟਿੰਗ ਬੁੱਕ ਅਵਾਰਡ 11 ਤੋਂ 21। ਤੇ ਜਿਹੜੀ ਮੰਥਲੀ ਪੈਨਸ਼ਨ ਦਿੱਤੀ ਜਾਂਦੀ ਹੈ ਜਿਹੜੇ ਐਲਡਰ ਰਾਈਟਰਸ ਨੇ ਪੰਜਾਬੀ ਲੈਂਗੁਏਜ ਦੇ, ਹਿੰਦੀ ਤੇ ਉਰਦੂ, ਇਹ 3 ਭਾਸ਼ਾ ਦੇ ਵਿੱਚ ਮੰਥਲੀ ਪੈਨਸ਼ਨ ਦਿੱਤੀ ਜਾਂਦੀ ਹੈ। ਸੋ ਇਹ ਵੀ 5 ਤੋਂ 15,000 ਕਰਤੀ ਵਧਾ ਕੇ। ਫਿਰ ਆਉਂਦਾ 6 ਨਵੇਂ ਸੈਂਟਰ ਸਟਾਰਟ ਕੀਤੇ ਨੇ। ਪਹਿਲਾ ਕੀਤਾ ਸਸਟੇਨੇਬਲ ਹੈਬਿਟੇਟ, ਦੂਜਾ ਬੇਸਿਕ ਐਂਡ ਟ੍ਰਾਂਸਲੇਸ਼ਨਲ ਰਿਸਰਚ ਇਨ ਹੈਲਥ ਸਾਇੰਸ, ਐਗਰੀਕਲਚਰ ਰਿਸਰਚ ਤੇ ਇਨੋਵੇਸ਼ਨ ਦਾ, IT ਇਨੇਬਲਡ pedagogical model for teaching and learning, then development of entrepreneurial courses and center for entrepreneurship and innovation, setting up of Maharana Pratap chair, Maharaja Aggar Singh chair, ਸ਼ਹੀਦ ਊਧਮ ਸਿੰਘ ਚੇਅਰ ਤੇ ਗੁਰਦਿਆਲ ਸਿੰਘ ਚੇਅਰ। ਜਿਹੜੀਆਂ ਇਹ ਚੇਅਰਸ ਨੇ ਇਹ ਬਹੁਤ ਇੰਪੋਰਟੈਂਟ ਹੈ ਕਿ ਕਿਹੜੀ ਯੂਨੀਵਰਸਿਟੀ 'ਚ ਹੁੰਦੀਆਂ ਨੇ, ਇਹ ਹੈਗੀਆਂ ਨੇ ਪਟਿਆਲੇ 'ਚ।
ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ 4 ਨਵੀਆਂ ਚੇਅਰਸ ਐਡ ਕਰਨ ਦੀ ਗੱਲ ਕੀਤੀ ਹੈ ਤੇ ਕੁਝ ਨਵੀਆਂ ਚੇਅਰਸ ਐਡ ਕਰਨ ਦੀ ਗੱਲ ਕੀਤੀ ਹੈ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ। ਸੋ ਉਹ ਹੈ ਡਾਕਟਰ BR ਅੰਬੇਦਕਰ ਚੇਅਰ, ਸਤਿਗੁਰੂ ਰਾਮ ਸਿੰਘ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਲੀ ਵਾਲੇ ਚੇਅਰ, ਜਲਿਆਂਵਾਲਾ ਬਾਗ ਚੇਅਰ। ਸੋ ਇਹ ਆਪਾਂ ਨੇ ਯਾਦ ਰੱਖਣੀ ਹੈ ਕਿ ਕਿਹੜੀਆਂ ਚੇਅਰਸ ਐਡ ਕੀਤੀਆਂ ਨੇ। Next comes social justice, empowerment and minorities। मतलब कि ਜਿਹੜੇ ਲੋਕ ਘੱਟ ਗਿਣਤੀ ਵਾਲੇ ਨੇ, minority ਵਾਲੇ ਨੇ, ਉਹਨਾਂ ਦੇ ਲਈ ਕੋਈ women ਔਰਤਾਂ ਦੀ empowerment ਦੇ ਲਈ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦਾ ਬੱਚਿਆਂ ਦੇ ਲਈ, ਬਜ਼ੁਰਗਾਂ ਦੇ ਲਈ ਜੋ ਵੀ social justice ਕਰਨ ਦੇ ਲਈ ਚੀਜ਼ਾਂ ਹੁੰਦੀਆਂ ਨੇ, ਇਨੀਸ਼ੀਏਟਿਵ ਲਏ ਜਾਂਦੇ ਨੇ, ਸੋ ਉਹਨਾਂ ਬਾਰੇ ਹੁਣ ਆਪਾਂ ਪੜ੍ਹਦੇ ਹਾਂ। ਸੋ ਪਹਿਲੀ ਚੀਜ਼ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ, पोस्ट मैट्रिक स्कॉलरशिप स्कीम 750 करोड़ रुपया। बहुत इंपॉर्टेंट क्वेश्चन है, 100% आने दे चांस ने एग्जाम दे विच कि जिहड़ी पंजाब सरकार जिहड़ी SC कैटेगरी दी कोई भी जिवें गर्ल्स ने उन्हां दा जदों विआह हुंदा तो उन्हां नूं आशीर्वाद दे तौर ते आशीर्वाद स्कीम चलाई हुंदी है एक हैल्प करन दे लई गरीब परिवारां दे जिहड़े कुड़ियां ने। सो ये जिहड़ी आशीर्वाद स्कीम है इहदा जिहड़ा पैसा है ਉਹ 21,000 ਤੋਂ 51,000 ਕਰਤਾ 1 ਜੁਲਾਈ 2021 ਤੋਂ। ਸੋ ਮੈਂ ਆਸ਼ੀਰਵਾਦ ਸਕੀਮ ਤੇ ਹੋਰ ਜਿੰਨੀਆਂ ਵੀ ਪੰਜਾਬ ਸਰਕਾਰ ਦੀਆਂ 2020 ਤੋਂ ਲੈ ਕੇ 21 ਤੱਕ ਦੀਆਂ ਇੰਪੋਰਟੈਂਟ ਸਕੀਮਸ ਨੇ ਉਹ ਵੀ ਮੇਰੀ ਇੱਕ ਵੀਡੀਓ ਪੂਰੀ ਬਣੀ ਹੋਈ ਹੈ ਪੰਜਾਬ ਸਰਕਾਰ ਦੀਆਂ ਸਕੀਮਸ ਉੱਤੇ, MCQ ਫਾਰਮ ਦੇ ਵਿੱਚ ਵੀਡੀਓ ਹੈ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਉਹਦੇ ਵਿੱਚ ਮੈਂ ਆਸ਼ੀਰਵਾਦ ਸਕੀਮ ਦੀ ਸਾਰੀ ਡੀਟੇਲ ਦੱਸੀ ਹੋਈ ਹੈ। ਫਿਰ ਆਉਂਦੀ ਹੈ ਸੋਸ਼ਲ ਸਿਕਿਉਰਿਟੀ ਪੈਨਸ਼ਨ ਸੀ ਜਿਹੜੀ ਉਹ ਵੀ 1 ਜੁਲਾਈ 2021 ਤੋਂ 750 ਤੋਂ 1500 ਕਰਤੀ। ਸੋ ਇਹ ਵੀ ਇੰਪੋਰਟੈਂਟ ਹੈ ਕਿ ਡਬਲ ਕਰਤੀ। ਉਸ ਤੋਂ ਬਾਅਦ ਪੋਸ਼ਣ ਅਭਿਆਨ, ਵੈਲਫੇਅਰ ਆਫ ਪਰਸਨ ਵਿਦ ਡਿਸੇਬਿਲਿਟੀ ਤੇ ਨਾਲ ਹੀ ਸਕਾਲਰਸ਼ਿਪ ਸਕੀਮ 7 ਹੋਸਟਲ ਨਵੇਂ ਬਣਾਏ ਜਾਣਗੇ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ, ਵਰਕਿੰਗ ਵਿਮਨ ਨੇ। ਸੋ 7 ਜਗ੍ਹਾ ਤੇ ਮੇਜਰ ਡਿਸਟ੍ਰਿਕਟ ਨੇ ਜਿਹੜੇ ਪੰਜਾਬ ਦੇ ਉਹਨਾਂ ਤੇ ਹੋਸਟਲ ਬਣਾਏ ਜਾਣਗੇ। ਸੋ ਕਿੱਥੇ ਬਣਾਏ ਜਾਣਗੇ? ਜਲੰਧਰ, ਪਟਿਆਲਾ, ਲੁਧਿਆਣਾ, SAS ਨਗਰ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ। ਸੋ ਵਰਕਿੰਗ ਵਿਮਨ ਜਿਹੜੀਆਂ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਲਈ 7 ਹੋਸਟਲ। ਫਿਰ ਹੈ ਇੰਡਸਟਰੀ ਤੇ ਕਮਰਸ। ਸੋ ਇੰਡਸਟਰੀ ਤੇ ਕਮਰਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਅਲੱਗ ਤੋਂ ਕਲਚਰ ਐਂਡ ਟੂਰਿਜ਼ਮ ਦੇ ਵਿੱਚੋਂ ਇੱਕ ਛੋਟਾ ਜਿਹਾ ਨੋਟ ਉਰੇ ਮੈਂ ਅਲੱਗ ਤੋਂ ਵੈਸੇ ਹੀ ਐਡ ਕਰਤਾ, ਇਹ ਵੀ ਆਪਾਂ ਦੇਖ ਲੈਂਦੇ ਹਾਂ। ਸੋ ਇੱਕ ਕਲਚਰ ਐਂਡ ਟੂਰਿਜ਼ਮ ਬਾਰੇ ਹੈ ਕਿ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਟੂਰਿਜ਼ਮ ਥੀਮ ਡੈਸਟੀਨੇਸ਼ਨ ਇਨ ਪੰਜਾਬ, ਇਸ ਨਾਮ ਤੋਂ ਇੱਕ ਨਵਾਂ ਡੈਸਟੀਨੇਸ਼ਨ ਟੂਰਿਜ਼ਮ ਦੇ ਲਈ ਬਣਾਇਆ ਪੰਜਾਬ ਨੇ। ਇਹ ਪੰਜਾਬ ਨੇ ਪਠਾਨਕੋਟ ਡਲਹੌਜ਼ੀ ਰੋਡ ਤੇ ਕੀਤਾ ਹੈ, ਰਣਜੀਤ ਸਾਗਰ ਲੇਕ ਦੇ ਨੇੜੇ। ਸੋ ਰਣਜੀਤ ਸਾਗਰ ਜਿਹੜੀ ਲੇਕ ਹੈ, ਪਠਾਨਕੋਟ ਡਲਹੌਜ਼ੀ ਜਿਹੜੀ ਰੋਡ ਹੈ, ਸੜਕ ਹੈ, ਉੱਥੇ ਇੱਕ ਨਵਾਂ ਟੂਰਿਜ਼ਮ ਨੂੰ ਅਟਰੈਕਟ ਕਰਨ ਦੇ ਲਈ ਵੱਖ-ਵੱਖ ਜਿਹੜੀ ਜਗ੍ਹਾ ਤੋਂ ਲੋਕ ਆਉਂਦੇ ਨੇ, ਇੰਟਰਨੈਸ਼ਨਲ ਟੂਰਿਜ਼ਮ ਨੂੰ ਵਧਾਉਣ ਦੇ ਲਈ ਇੱਕ ਨਵਾਂ ਡੈਸਟੀਨੇਸ਼ਨ ਜਗ੍ਹਾ ਐਲੋਕੇਟ ਕੀਤੀ ਗਈ ਹੈ। ਉਰੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਿਹਦੇ ਨਾਲ ਲੋਕ ਉਰੇ ਵਿਜ਼ਿਟ ਕਰਨ ਤੇ ਆਪਣਾ ਜਿਹੜਾ ਪੰਜਾਬ ਦਾ ਟੂਰਿਜ਼ਮ ਉਹ ਵਧੇ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਇੰਟਰਨੈਸ਼ਨਲ ਸਟੈਂਡਰਡ ਦਾ ਟੂਰਿਜ਼ਮ ਇੱਕ ਥੀਮ ਡੈਸਟੀਨੇਸ਼ਨ ਬਣਾਇਆ ਪੰਜਾਬ ਦੇ ਵਿੱਚ, ਉਹ ਬਣਾਇਆ ਰਣਜੀਤ ਸਾਗਰ ਲੇਕ ਦੇ ਨੇੜੇ ਪਠਾਨਕੋਟ ਦੇ ਵਿੱਚ। ਫਿਰ ਹੁਣ ਆਪਾਂ ਇੰਡਸਟਰੀ ਤੇ ਕਮਰਸ ਦੀ ਗੱਲ ਕਰ ਲੈਂਦੇ ਹਾਂ ਕਿ ਨਵਾਂ ਡਿਸਟ੍ਰਿਕਟ ਬਿਊਰੋ ਆਫ ਇੰਡਸਟਰੀ ਐਂਡ ਇਨਵੈਸਟਮੈਂਟ ਪ੍ਰਮੋਸ਼ਨ ਸੈਟਅਪ ਕੀਤਾ ਜਾਊ। ਜਿੰਨੇ ਵੀ ਲਾਜ਼ ਨੇ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾਊ। ਮਤਲਬ ਕਿ ਜੇ ਉਹਨਾਂ ਦੇ ਵਿੱਚ ਕੋਈ ਵੈਸੇ ਹੀ ਬਿਨਾਂ ਮਤਲਬ ਦੀ ਕੋਈ ਸਜ਼ਾ ਦੱਸੀ ਹੋਈ ਹੈ ਇੰਡਸਟਰੀ ਕਮਰਸ ਨੂੰ ਲੈ ਕੇ ਤਾਂ ਉਸ ਨੂੰ ਹਟਾ ਕੇ ਉਸ ਸਜ਼ਾ ਨੂੰ ਡੀਕ੍ਰਿਮੀਨਲਾਈਜ਼ ਕਰਕੇ ਫਾਈਨ ਵਗੈਰਾ ਦੀ ਜਿਹੜੀ ਆਪਸ਼ਨ ਹੈ ਉਹ ਮੁਹੱਈਆ ਕਰਵਾਈ ਜਾਊ। ਨਾਲ ਹੀ ਪੰਜਾਬ ਇਨੋਵੇਸ਼ਨ ਨਾਮ ਦਾ ਇੱਕ ਬਿਜ਼ਨਸ ਇਨਵੈਸਟ ਚੀਜ਼ ਹੈ, ਉਹਨੂੰ 10 ਕਰੋੜ ਰੁਪਏ ਦੇ ਨਾਲ ਸਟਾਰਟ ਕਰਵਾਇਆ ਜਾਊ। ਫਿਰ ਬੱਚਿਆਂ ਨੂੰ ਇਹ ਕਿਹਾ ਜਾਊਗਾ ਕਿ ਤੁਸੀਂ ਕਿਵੇਂ ਆਪਣਾ ਬਿਜ਼ਨਸ ਖੋਲ ਸਕਦੇ ਹੋ। ਐਂਟਰਪ੍ਰੈਨਿਓਰਸ਼ਿਪ ਸਕੀਮ ਦੇ ਅੰਦਰ ਸਟੂਡੈਂਟਸ ਨੂੰ ਮੋਟੀਵੇਟ ਕੀਤਾ ਜਾਊ, ਯੂਥ ਨੂੰ ਮੋਟੀਵੇਟ ਕੀਤਾ ਜਾਊ। ਸੋ ਇਹ ਨੇ ਮੇਨ ਇੰਡਸਟਰੀ ਤੇ ਕਮਰਸ ਦੇ ਪੁਆਇੰਟ। ਫਿਰ ਅੱਗੇ ਗੱਲ ਯੂਥ ਦੀ, ਸਪੋਰਟਸ ਦੀ। ਸੋ ਪੰਜਾਬ ਦੇ ਵਿੱਚ ਜੇ ਆਪਾਂ ਸਪੋਰਟਸ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਲੱਗ-ਅਲੱਗ ਜਗ੍ਹਾ ਤੇ ਆਪਣੇ ਕੋਲ ਸਟੇਡੀਅਮਸ ਨੇ, ਵਧੀਆ ਫੈਸਿਲਿਟੀਜ਼ ਨੇ ਤੇ ਪੰਜਾਬ ਦੇ ਹੁਣ ਆਪਾਂ ਨੂੰ ਪਤਾ ਹੈ ਕਿ ਟੋਕੀਓ 올림픽ਸ ਦੇ ਵਿੱਚ ਵੀ ਕਾਫੀ ਸਾਰੇ ਪਲੇਅਰ ਪੰਜਾਬ ਨੂੰ ਰੈਪਰੈਜ਼ੈਂਟ ਕਰਨਗੇ। ਸੋ ਹੁਣ ਆਪਾਂ ਸਪੋਰਟਸ ਦੇਖ ਲੈਂਦੇ ਹਾਂ ਕਿ ਸਪੋਰਟਸ ਇਨਫਰਾਸਟ੍ਰਕਚਰ ਡਿਵੈਲਪਮੈਂਟ ਕੀਤੀ ਜਾਊਗੀ ਤੇ ਕਿੱਥੇ-ਕਿੱਥੇ ਕੀਤੀ ਜਾਊਗੀ?
ਲੁਧਿਆਣਾ, ਰਾਜਪੁਰਾ, ਧੂਰੀ, ਅਮਰਗੜ੍ਹ, ਨਵਾਂ ਸ਼ਹਿਰ, ਖਡੂਰ ਸਾਹਿਬ, ਪਠਾਨਕੋਟ। ਉਰੇ ਨਵੇਂ ਸਪੋਰਟਸ ਕੰਪਲੈਕਸ ਮਲਟੀਪਰਪਜ਼ ਸਟੇਡੀਅਮ ਬਣਾਏ ਜਾਣਗੇ, ਬਹੁਤ ਇੰਪੋਰਟੈਂਟ ਹੈ। ਨਵਾਂ ਰੈਸਲਿੰਗ ਅਕੈਡਮੀ ਹੁਸ਼ਿਆਰਪੁਰ, ਵੈਰੀ ਇੰਪੋਰਟੈਂਟ ਪੁਆਇੰਟ। ਨਵੀਂ ਰੋਇੰਗ ਅਕੈਡਮੀ ਕਿੱਥੇ ਬਣਾਈ ਜਾਊ? ਜਲੰਧਰ। ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ। ਸੋ ਹੁਣ ਉਰੇ ਹੀ ਮੈਂ ਇੱਕ ਹੋਰ ਤੁਹਾਡੇ ਨਾਲ ਛੋਟੀ ਜਿਹੀ ਚੀਜ਼ ਡਿਸਕਸ ਕਰ ਲੈਂਦੀ ਹਾਂ ਕਿ ਜਿਹੜਾ 6ਵਾਂ ਪੰਜਾਬ ਦਾ ਪੇ ਕਮਿਸ਼ਨ ਹੈ, ਬਜਟ ਦੇ ਵਿੱਚ ਉਹਦੇ ਬਾਰੇ ਵੀ ਗੱਲ ਕੀਤੀ ਗਈ ਸੀ ਤੇ 2021-22 ਦੇ ਵਿੱਚ ਜਿਹੜਾ ਬਜਟ ਸੀ ਉਹਦੇ 9000 ਕਰੋੜ ਰੁਪਇਆ ਜਿਹੜਾ 6ਵਾਂ ਪੇ ਕਮਿਸ਼ਨ ਲਾਗੂ ਹੋਣਾ ਉਹਦੇ ਲਈ ਐਲੋਕੇਟ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਇਹ ਪ੍ਰਪੋਜ਼ ਕੀਤਾ ਸੀ ਕਿ 1 ਜੁਲਾਈ 2021 ਤੋਂ ਇਹ ਲਾਗੂ ਹੋ ਜੂ। ਫਿਰ ਆਉਂਦੀ ਹੈ ਰੋਜ਼ਗਾਰ ਨੂੰ ਲੈ ਕੇ, ਇੰਪਲੋਇਮੈਂਟ ਨੂੰ ਲੈ ਕੇ ਗੱਲ। ਸੋ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਜਿਹੜਾ ਸਟੇਟ ਇੰਪਲੋਇਮੈਂਟ ਪਲਾਨ ਬਣਾਇਆ 2020 ਤੋਂ 22 ਤੱਕ ਦਾ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਟੋਟਲ 48,989 ਪੋਸਟਾਂ ਨੂੰ ਪਹਿਲੇ ਫੇਜ਼ ਦੇ ਵਿੱਚ ਫਿਲ ਕਰਾਂਗੇ। ਸੋ ਹੁਣ ਜਿੰਨੇ ਵੀ ਘਰ ਘਰ ਰੋਜ਼ਗਾਰ ਯੋਜਨਾ ਜਾਂ ਜੋ ਵੀ ਪੰਜਾਬ ਸਰਕਾਰ ਐਗਜ਼ਾਮ ਕੱਢ ਰਹੀ ਹੈ, ਚਾਹੇ ਉਹ ਹੁਣ ਸਬ ਇੰਸਪੈਕਟਰ ਦਾ ਹੋ ਗਿਆ, ਕੋਈ ਵੀ ਹੈ, SSB ਬੋਰਡ ਕੱਢ ਰਹੀ ਹੈ ਜਾਂ ਫਿਰ PPSC ਕੱਢ ਰਹੀ ਹੈ, ਉਹ ਸਾਰੀ ਇਸੇ ਕਰਕੇ ਕੱਢ ਰਹੀ ਹੈ। ਫਿਰ ਆਉਂਦਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਦੈਨ ਡਬਲਿੰਗ ਦਾ ਟ੍ਰੇਨਿੰਗ ਟਾਰਗੇਟ। ਸੋ ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਹੈ, ਜਿੱਥੇ ਬੱਚਿਆਂ ਨੂੰ 11ਵੀਂ 12ਵੀਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ, ਨਾਲ ਹੀ ਜਿਹੜਾ ਇਹ ਇੰਸਟੀਚਿਊਟ ਹੈ ਬॉयਜ਼ ਲਈ ਹੈ ਤੇ ਜਿਹੜਾ ਮਾਈ ਭਾਗੋ ਇਹ ਗਰਲਜ਼ ਦੇ ਲਈ ਹੈ। ਸੋ ਜਿਹੜੇ ਇੰਸਟੀਚਿਊਟ ਹੈ ਇਹਨਾਂ ਦੇ ਵਿੱਚ ਬੱਚਿਆਂ ਨੂੰ ਆਰਮਡ ਫੋਰਸਿਸ ਦੇ ਵਿੱਚ ਜਾਣ ਦੇ ਲਈ ਪ੍ਰਿਪੇਅਰ ਕਰਵਾਇਆ ਜਾਂਦਾ ਹੈ। ਸੋ ਕਹਿੰਦੇ ਇਸ ਵਾਰ ਦੇ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜਾ ਜਿਵੇਂ ਜੇ ਪਹਿਲਾਂ 50 ਬੱਚੇ ਸੀ ਤਾਂ ਹੁਣ 100 ਕਰ ਦੋ, ਡਬਲ ਕਰ ਦੋ ਟ੍ਰੇਨਿੰਗ ਦਾ ਟਾਰਗੇਟ। ਨਾਲ ਹੀ ਸਰਦਾਰ ਬਹਾਦਰ ਅਮੀਨ ਚੰਦ ਸੋਨੀ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਇੱਕ ਨਵਾਂ ਆਰਮੀ ਚ ਜਾਣ ਲਈ ਪ੍ਰੈਪਰੇਟਰੀ ਇੰਸਟੀਚਿਊਟ ਬਣਵਾਇਆ ਜਾਊਗਾ ਵਿਲੇਜ ਬਜਵਾੜਾ ਹੁਸ਼ਿਆਰਪੁਰ ਦੇ ਵਿੱਚ। ਸੋ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਜਿਹੜੇ ਆਲਰੇਡੀ ਦੋ ਹੈਗੇ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਇਹ ਪੁਰਾਣੇ ਪਿਛਲੇ 2-3 ਸਾਲਾਂ ਦੇ ਐਗਜ਼ਾਮ ਵਿੱਚ ਆ ਚੁੱਕੇ ਨੇ। ਸੋ ਹੁਣ ਆਉਣ ਵਾਲੇ ਐਗਜ਼ਾਮਾਂ ਦੇ ਲਈ ਆਪਣੇ ਕੋਲ ਆ ਚੀਜ਼ ਹੈ ਜਿਹੜੀ ਇਹ ਇੰਪੋਰਟੈਂਟ ਹੈ, ਹੁਸ਼ਿਆਰਪੁਰ। ਫਿਰ ਹੈ ਸੈਂਟਰ ਫॉर ਟ੍ਰੇਨਿੰਗ ਐਂਡ ਇੰਪਲੋਇਮੈਂਟ ਆਫ ਪੰਜਾਬ ਯੂਥ। ਨੈਕਸਟ ਕਮਸ ਹੋਮ ਅਫੇਅਰਸ ਐਂਡ ਜਸਟਿਸ। ਸੋ ਹੋਮ ਅਫੇਅਰ ਦੇ ਵਿੱਚ ਆਪਣੀ ਓਵਰਆਲ ਪੁਲਿਸ ਦੀ ਗੱਲ ਆ ਜਾਂਦੀ ਹੈ, ਲਾਅ ਨੂੰ ਲੈ ਕੇ ਗੱਲ ਆ ਜਾਂਦੀ ਹੈ। ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ purchase of land for police line at Shaheed Bhagat Singh Nagar and land for construction of police station। ਸੋ ਨਵੀਆਂ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਨੇ, ਨਵੇਂ ਪੁਲਿਸ ਸਟੇਸ਼ਨ ਬਣਾਏ ਜਾਣਗੇ ਤੇ ਜਿਹੜੇ ਆਲਰੇਡੀ ਹੈਗੇ ਨੇ ਪੁਲਿਸ ਸਟੇਸ਼ਨ ਜਿਨ੍ਹਾਂ ਦੀ ਰਿਪੇਅਰ ਦੀ ਲੋੜ ਹੈ ਉਹ ਕੀਤੀ ਜਾਊਗੀ। ਨਾਲ ਹੀ ਅਲੱਗ-ਅਲੱਗ ਜਗ੍ਹਾ ਤੇ CCTV ਕੈਮਰਾ ਜ਼ਿਆਦਾ ਤੋਂ ਜ਼ਿਆਦਾ ਲਵਾਏ ਜਾਣਗੇ। ਜਿਹੜੀ ਪੁਲਿਸ ਫੋਰਸ ਹੈ ਉਹਨੂੰ ਨਵੀਂ ਤਕਨੀਕਾਂ ਬਾਰੇ ਜਾਣੂ ਕਰਵਾਇਆ ਜਾਊ, ਮਾਡਰਨਾਈਜੇਸ਼ਨ ਬਾਰੇ ਦੱਸਿਆ ਜਾਊ ਤੇ ਜਿਹੜਾ ਇੰਪੋਰਟੈਂਟ ਪੁਆਇੰਟ ਉਹਨੂੰ ਨਿਕਲ ਕੇ ਆਉਂਦਾ ਉਹ ਹੈ state level centralized call taking center public safety answering point। बहुत इंपॉर्टेंट है। what is PSAP? ਇਹ ਹੈ public safety answering point। ਇੱਕ ਜਗ੍ਹਾ ਤੇ ਪੂਰੇ state level ਦੀ call taking center emergency police services ਨੂੰ ਲੈ ਕੇ ਮੋਹਾਲੀ ਦੇ ਵਿੱਚ ਸੈਟਅਪ ਕੀਤਾ ਜਾਊ। data center networking and crime tracking network system coverage। ਫਿਰ ਹੁਣ ਪੇਂਡੂ ਖੇਤਰਾਂ ਦੀ ਪੰਚਾਇਤਾਂ ਨੂੰ ਲੈ ਕੇ ਪਹਿਲੀ ਇੰਪੋਰਟੈਂਟ ਸਕੀਮ ਨਿਕਲ ਕੇ ਆਉਂਦੀ ਹੈ, ਹਰ ਘਰ ਪੱਕੀ ਛੱਤ। ਰੂਰਲ ਏਰੀਆ 'ਚ ਕਹਿੰਦੇ ਕੋਈ ਵੀ ਜਾਣਾ, ਜੋ ਵੀ ਰੂਰਲ ਏਰੀਆ ਹੈ, ਪੇਂਡੂ ਇਲਾਕਾ ਹੈ, ਉਹਦੇ ਵਿੱਚ ਬਿਨਾਂ ਛੱਤ ਤੋਂ ਨਹੀਂ ਹੋਣਾ ਚਾਹੀਦਾ। ਇਹੀ ਮੇਨ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਬਸੇਰਾ ਪ੍ਰੋਜੈਕਟ ਹੈ ਇੱਕ ਉਹ ਚਲਾਇਆ ਸੀ ਤੇ ਨਾਲ ਹੀ ਰੀਸੈਂਟਲੀ ਪੰਜਾਬ ਸਰਕਾਰ ਨੇ ਜਿੰਨੇ ਵੀ ਸਲਮ ਸੀ, ਝੁੱਗੀਆਂ ਵਾਲੇ ਸੀ, ਉਹਨਾਂ ਨੂੰ ਜਿਹੜੇ ਉਹਨਾਂ ਦੇ ਮਲਕੀਅਤ ਅਧਿਕਾਰ ਸੀ ਝੁੱਗੀਆਂ ਨੂੰ ਲੈ ਕੇ, ਪ੍ਰੋਪਰਾਈਟਰੀ ਓਨਰਸ਼ਿਪ ਰਾਈਟ ਸੀ, ਉਹ ਦਵਾਏ ਨੇ। ਸੋ ਮੈਂ ਜਿਹੜੀਆਂ ਵੀ ਸਕੀਮਸ ਨੇ ਇਹ ਆਪਣੀ ਆਲਰੇਡੀ ਵੀਡੀਓਜ਼ ਦੇ ਵਿੱਚ ਪਾ ਚੁੱਕੀ ਹਾਂ। ਸੋ ਤੁਸੀਂ ਦੇਖ ਸਕਦੇ ਹੋ ਮੇਰੇ ਚੈਨਲ ਦੇ ਵਿੱਚ ਜਾ ਕੇ ਤੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣੀਆਂ ਸਾਰੀਆਂ ਇਹ ਇੰਪੋਰਟੈਂਟ ਜੋ ਵੀ ਮੈਂ ਵੀਡੀਓਜ਼ ਦਾ ਰੈਫਰੈਂਸ ਦੇ ਰਹੀ ਹਾਂ ਨਾਲ ਉਹਨਾਂ ਦੇ ਲਿੰਕ ਸ਼ੇਅਰ ਕਰ ਦੂੰਗੀ। ਸੋ ਉਸ ਤੋਂ ਬਾਅਦ ਕਹਿੰਦੇ ਕਬਰਿਸਤਾਨ, ਕਬਰਗੜ੍ਹ ਕ੍ਰਿਸਚਨ ਤੇ ਮੁਸਲਿਮ ਕਮਿਊਨਿਟੀ ਲਈ ਨਵੇਂ ਕੰਸਟਰਕਟ ਕੀਤੇ ਜਾਣਗੇ ਤੇ ਜਿਹੜਾ ਨਰੇਗਾ ਸਕੀਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਸਕੀਮ, ਇਹਦੇ ਲਈ 400 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਰਹੀ ਹੈ। ਬਹੁਤ ਇੰਪੋਰਟੈਂਟ ਹੈ। ਕੋਵਿਡ ਪੈਂਡੈਮਿਕ ਟਾਈਮ ਜਦੋਂ ਕਰੋਨਾ ਚੱਲ ਰਿਹਾ ਸੀ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਕਿਉਂਕਿ ਮਨਰੇਗਾ ਸਕੀਮ ਜੀਰੀ ਦਾ ਟਾਈਮ ਆਉਂਦਾ ਹੈ ਤਾਂ ਸਾਰੇ ਜਾਣੇ ਇਹਦੇ 'ਚ ਇਨਵੋਲਵ ਹੁੰਦੇ ਹੀ ਹੁੰਦੇ ਨੇ।
सो कोई रोड कंस्ट्रक्शन का काम है वो करते हैं। सो इदां का जिहड़ा काम है वो इहदे थ्रू किया जाता है, जिहड़ा कि अनस्किल्ड वर्क है, लेबर वर्क है। सो उस तो बाद प्रधानमंत्री आवास योजना, फिर हर घर पानी, बॉर्डर ते जिहड़े कांडी एरियाज ने, जिहड़े थोड़े सुक्के ड्राई एरियाज ने, उत्थे हर घर पानी स्कीम है। सो हर घर पक्की छत, हर घर पानी स्कीम। उस तो बाद है 2 नवे मल्टी विलेज सरफेस वाटर सप्लाई प्रोजेक्ट बनाए जाएंगे रूपनगर, रोपड़ ते हुशियारपुर दे विच, बहुत इंपॉर्टेंट है। फिर ये कहते नवा इंस्टॉलेशन ते एनर्जाइजेशन प्रोजेक्ट लागू किया जाऊगा कांडी एरियाज दे विच, जिथे पानी वगैरह की कमी आती है, वो जगह ते नवे कुछ लोकां नूं सिंचाई करने दे लई प्रॉपर आसानी दे नाल कुछ नवे प्रोजेक्ट्स मुहैया करवाए जाएंगे। फिर गल आउंदी है पानी की सप्लाई की, साफ सफाई की। हर घर पानी, हर घर सफाई, बहुत इंपॉर्टेंट स्कीम है। सो जिहड़ा ग्राउंड वेस्ट कहते पानी है नीचे वाला, वो खत्म होंदा जा रहा है, क्योंकि पंजाब की जिहड़ी सिंचाई है, इरीगेशन है, फार्मिंग है, वो ज़्यादातर कैनाल बेस की बजाय वो ट्यूबवैल, खूह वगैरह के पानी तो ज़्यादा आउंदी है। सो कहते ਇਹਦੇ ਨਾਲ ਕੀ ਹੈ, ਜਿਹੜਾ ਗਰਾਊਂਡ ਵਾਟਰ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ, ਤੇ ਇਸੇ ਚੀਜ਼ ਨੂੰ ਠੀਕ ਕਰਨ ਦੇ ਲਈ ਸਰਫੇਸ ਵਾਟਰ ਬੇਸ ਸਕੀਮ ਨਵੀਂ ਲੈ ਕੇ ਆਂਦੀ ਜਾਊਗੀ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਆਲਰੇਡੀ ਪਾਣੀ ਦੀ ਕੁਆਲਿਟੀ ਹੈ ਉਹ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਸੋ ਉਸ ਚੀਜ਼ ਨੂੰ ਟੈਸਟ ਕਰਨ ਦੇ ਲਈ ਵੀ ਨਵਾਂ ਇਨਫਰਾਸਟ੍ਰਕਚਰ ਲਗਾਇਆ ਜਾਊ, ਨਵੀਆਂ ਲੈਬੋਰਟਰੀਜ਼ ਲਗਾਈਆਂ ਜਾਣਗੀਆਂ ਹੁਸ਼ਿਆਰਪੁਰ, ਸੰਗਰੂਰ, ਮੋਗਾ ਦੇ ਵਿੱਚ ਪਾਣੀ ਵਗੈਰਾ ਜਿਹੜੀ ਕੁਆਲਿਟੀ ਉਹਨੂੰ ਟੈਸਟ ਕਰਨ ਦੇ ਲਈ। ਨਾਲ ਹੀ ਨਹਿਰ ਦੇ ਉੱਤੇ ਬੇਸਡ ਇੱਕ ਪਾਣੀ ਦਾ ਸਪਲਾਈ ਪ੍ਰੋਜੈਕਟ ਲਗਾਇਆ ਜਾਊਗਾ, ਕੈਨਾਲ ਬੇਸਡ ਵਾਟਰ ਸਪਲਾਈ ਪ੍ਰੋਜੈਕਟ ਅੰਮ੍ਰਿਤਸਰ ਤੇ ਲੁਧਿਆਣੇ ਦੇ ਵਿੱਚ। ਫਿਰ ਅਮਰੁਤ ਸਕੀਮ ਹੈ ਜਿਹੜੀ ਅਟਲ ਮਿਸ਼ਨ ਫॉर ਰੀਜੂਵਨੇਸ਼ਨ ਤੇ ਅਰਬਨ ਟਰਾਂਸਫਾਰਮੇਸ਼ਨ, ਵੀ ਜਿਹੜੇ ਸ਼ਹਿਰੀ ਖੇਤਰ ਨੇ ਉਹਨਾਂ ਨੂੰ, ਜਿਹੜੀ ਭਾਰਤ ਸਰਕਾਰ ਦੀ ਸਕੀਮ ਹੈ, ਪੰਜਾਬ ਦੇ ਵਿੱਚ ਉਹਨੂੰ ਲਾਗੂ ਕਰਵਾਉਣ ਦੇ ਲਈ ਅਰਬਨ ਇਨਫਰਾਸਟ੍ਰਕਚਰ ਦੇ ਲਈ 1400 ਕਰੋੜ ਰੁਪਏ ਦਾ ਅਮਾਉਂਟ ਦਿੱਤੀ ਗਈ ਹੈ। ਸੋ 1400 ਕਰੋੜ ਰੁਪਇਆ ਆਪਾਂ ਨੇ ਯਾਦ ਰੱਖਣਾ ਹੈ। फिर है स्वच्छ भारत मिशन अर्बन वाला, पंजाब अर्बन इन्वायरमेंट इंप्रूवमेंट प्रोग्राम आ गया। दैन लास्ट विच जिहड़े मैं तुहाडे नाल गल कीती सी पहला बसेरा प्रोजैक्ट दी, इंपावरिंग स्लम डिवेलपर्स। पंजाब सरकार कहंदी कि जे किसी कोल झुग्गी है तो उन्होंने कुछ प्रॉपर टाइम पीरियड देता कि जे इन्ने समय तो इन्ने समय तक तुसीं एक जगह ते स्लम्स दे विच रह रहे हो तो तुहानूं हुण उन्हां दी ओनरशिप दित्ती जाऊगी। सो ਇਹ ਜਿਹੜੇ स्लम वाले लोग ने ਉਹਨਾਂ ਨੂੰ ਐਮਪਾਵਰ ਕਰਨ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ। ਫਿਰ ਆ ਗਈ ਗੱਲ ਰੋਡਸ ਦੀ, ਸੜਕਾਂ ਦੀ, ਬ੍ਰਿਜ ਦੀ, ਮਿਊਜ਼ੀਅਮ ਦੀ। ਸੋ ਬਹੁਤ ਸਾਰੇ ਨਵੇਂ ਮੋਨੂਮੈਂਟ ਤਿਆਰ ਕੀਤੇ ਜਾਣਗੇ, ਨਵੇਂ ਮੈਮੋਰੀਅਲ ਬਣਾਏ ਜਾਣਗੇ, ਜਿਹੜੀਆਂ ਆਪਣੀਆਂ ਕਲਚਰ ਟੂਰਿਜ਼ਮ ਦੇ ਨਾਲ ਰਿਲੇਟਡ ਇੰਪੋਰਟੈਂਟ ਜਗ੍ਹਾ ਨੇ ਉਹਨਾਂ ਦੀ ਜੇ ਕੋਈ ਖਰਾਬ ਹੋ ਗਈ ਹੈ ਤਾਂ ਉਹਨੂੰ ਦੁਬਾਰਾ ਤੋਂ ਰੀਕਨਸਟਰਕਟ ਕੀਤਾ ਜਾਊ, ਰੈਨੋਵੇਟ ਕੀਤਾ ਜਾਊ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ, ਜਿਵੇਂ ਰਾਮਪੁਰੇ ਦੇ ਵਿੱਚ ਕਿਲਾ ਫੂਲ, ਭਾਈ ਮਰਦਾਨਾ ਜੀ ਮੈਮੋਰੀਅਲ, ਇਹ ਬਣਾਏ ਜਾਣਗੇ। ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਦੇ ਵਿੱਚ। ਸੋ ਤੁਸੀਂ ਆਰਟ ਐਂਡ ਕਲਚਰ ਜਦੋਂ ਪੰਜਾਬ ਦਾ ਪੜ੍ਹਦੇ ਹੋ ਤਾਂ ਇਹੀ ਸਾਰੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ। ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਵੀ ਕਿੱਥੇ, ਕਿਹੜੀ ਸ਼ਹਿਰ, ਕਿਹੜੀ ਡਿਸਟ੍ਰਿਕਟ ਵਿੱਚ ਕਿਹੜੀ ਚੀਜ਼ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਭਾਈ ਜੈਤਾ ਜੀ ਮੈਮੋਰੀਅਲ, ਲੇਟ ਮੁਹੰਮਦ ਰਫੀਜ਼ ਮੈਮੋਰੀਅਲ ਐਟ ਵਿਲੇਜ ਕੋਟਲਾ ਸੁਲਤਾਨ ਸਿੰਘ, ਅੱਜ ਸਰੋਵਰ ਇਨ ਖਰੜ, पार्क एट विरासत ए खालसा, आनंदपुर साहिब अपग्रेडेशन कंस्ट्रक्शन रिपेयर ऑफ रोड ब्रिज ऑफ 560 किलोमीटर। पांडव झील नवी बनाई जाऊगी घड़ूआ विखे ते डॉक्टर BR अंबेडकर मैमोरीअल दुआबा रीजन दे विच। दैन सेंट्रल रोड फंड एक स्कीम जिहदे विच की ਜਿਹੜਾ ਇੱਕ ਡੈਡੀਕੇਟਡ ਫਰੇਟ ਕੋਰੀਡੋਰ ਹੈ ਰੇਲ ਲਾਈਨ ਦਾ, ਜਿੰਨੀ ਵੀ ਆਪਾਂ ਨੂੰ ਪਤਾ ਹੈ ਕਿ ਮਾਲ ਗੱਡੀਆਂ ਜਿੱਥੇ ਚੱਲਦੀਆਂ ਨੇ, ਉਹ ਇੱਕ ਨਵੇਂ ਤਰੀਕੇ ਤੋਂ ਲਾਈਨ ਤਿਆਰ ਕੀਤੀ ਜਾਊਗੀ ਰਾਜਪੁਰੇ ਤੋਂ ਲੁਧਿਆਣੇ ਤੱਕ ਤੇ ਉਸ ਤੋਂ ਅੱਗੇ ਵੀ। ਸੋ ਹਜੇ ਸਿਰਫ ਉਰੇ ਰਾਜਪੁਰੇ ਤੋਂ ਲੁਧਿਆਣੇ ਤੱਕ ਦੀ ਗੱਲ ਹੋਈ ਹੈ ਬਜਟ ਦੇ ਵਿੱਚ। ਫਿਰ ਆ ਗਈ ਬਿਜਲੀ, ਪਾਵਰ, ਜਿਹੜੀ ਰੀਨਿਊਏਬਲ ਐਨਰਜੀਜ਼ ਨੇ, ਬਾਇਓਮਾਸ ਪ੍ਰੋਜੈਕਟ ਨੇ, ਇਹਨਾਂ ਨੂੰ ਲੈ ਕੇ ਗੱਲ। ਸੋ ਜਿਹੜੇ ਸਭ ਤੋਂ ਇੰਪੋਰਟੈਂਟ ਚੀਜ਼ ਨਿਕਲ ਕੇ ਆਉਂਦੀ ਹੈ ਉਹ ਨਿਕਲ ਕੇ ਆਉਂਦੀ ਹੈ ਕਿ ਜਿਹੜਾ ਇੱਕ ਨਵਾਂ ਸਬ ਸਟੇਸ਼ਨ 400 kV ਦਾ ਕੰਸਟਰਕਟ ਕੀਤਾ ਜਾਊਗਾ ਧਨਾਂਸੂ ਤੇ ਬੈਮਾ ਜੱਸਾ ਸਿੰਘ ਦੇ ਵਿਖੇ। ਸੋ ਇੱਕ ਨਵਾਂ ਹੋਰ ਸਬ ਸਟੇਸ਼ਨ 400 kV ਦਾ ਹੀ ਰੋਪੜ ਦੇ ਵਿੱਚ ਕੰਸਟਰਕਟ ਕੀਤਾ ਜਾਊਗਾ ਤੇ ਨਾਲ ਹੀ 500 MVA ਦਾ ਰਾਜਪੁਰੇ ਦੇ ਵਿੱਚ ਤੇ ਇੱਕ ਨਕੋਦਰ ਦੇ ਵਿੱਚ। ਸੋ ਇਹ ਸਾਰੇ ਆਪਣੇ ਯਾਦ ਰੱਖਣੇ ਤੇ ਸਭ ਤੋਂ ਇੰਪੋਰਟੈਂਟ ਹੈ ਧਨਾਸੂ ਵਾਲਾ। ਉਸ ਤੋਂ ਬਾਅਦ ਕਹਿੰਦੇ
ਵੀ ਬਾਇਓਮਾਸ ਪਾਵਰ ਪ੍ਰੋਜੈਕਟ ਨੂੰ ਲੈ ਕੇ ਜਾਂ ਜਿਹੜੇ ਸੋਲਰ ਹਾਈਬ੍ਰਿਡ ਪਾਵਰ ਪ੍ਰੋਜੈਕਟ ਨੂੰ ਲੈ ਕੇ ਇਹਨਾਂ ਨੂੰ ਲੈ ਕੇ ਵੀ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਇਨਵਾਇਰਨਮੈਂਟ ਦੇ ਉੱਤੇ ਜੇ ਆਪਾਂ ਨੇ ਨੁਕਸਾਨ ਹੋਣ ਤੋਂ ਬਚਾਉਣਾ, ਪੋਲਿਊਸ਼ਨ ਤੋਂ, ਰਿਸੋਰਸਿਸ ਨੂੰ ਬਚਾ ਕੇ ਰੱਖਣਾ, ਤਾਂ ਬਾਇਓਮਾਸ ਸੋਲਰ ਹਾਈਬ੍ਰਿਡ ਪ੍ਰੋਜੈਕਟ ਨੂੰ ਜ਼ਿਆਦਾ ਤੋਂ ਜ਼ਿਆਦਾ ਇੰਸਟਾਲ ਕਰੋ। ਫਿਰ ਹੈ ਟਰਾਂਸਪੋਰਟ। ਕੰਸਟਰਕਸ਼ਨ ਆਫ 25 ਬੱਸ ਸਟੈਂਡ, ਨਵੇਂ 25 ਬੱਸ ਸਟੈਂਡ ਬਣਾਏ ਜਾਣਗੇ ਰੂਪਨਗਰ, ਧਰਮਕੋਟ, ਮੁੱਲਾਂਪੁਰ, ਜ਼ੀਰਾ ਵਿਖੇ। ਹੋਰ ਬਹੁਤ ਸਾਰੀ ਜਗ੍ਹਾ ਨੇ, ਇਹ ਮੇਨ ਇੰਪੋਰਟੈਂਟ ਜਗ੍ਹਾ ਨੇ। ਪੀਆਰਟੀਸੀ ਤੇ ਪਨਬਸ 500 ਨਵੀਆਂ ਬੱਸਿਸ ਲਊਗੀ, ਬਹੁਤ ਇੰਪੋਰਟੈਂਟ ਹੈ। ਫਿਰ ਹੈ ਪੀਆਰਟੀਸੀ ਦਾ ਪਨਬਸ ਕੀ ਹੈ? ਪੰਜਾਬ ਸਰਕਾਰ ਦੇ ਜਿਹੜੀਆਂ ਸਰਕਾਰੀ ਬੱਸਿਸ ਚੱਲਦੀਆਂ ਨੇ ਉਹਨਾਂ ਦੀਆਂ ਮੇਨ ਕੰਪਨੀਜ਼ ਹੈ, ਆਰਗੇਨਾਈਜੇਸ਼ਨ ਹੈ। ਫਿਰ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹਦੇ ਤੋਂ ਸਪੈਸ਼ਲੀ ਫੀਮੇਲਸ, ਵਿਮਨ ਬਹੁਤ ਖੁਸ਼ ਹੈ, ਸਟੂਡੈਂਟਸ ਬਹੁਤ ਖੁਸ਼ ਹੈ ਕਿ ਫ੍ਰੀ ਟਰਾਂਸਪੋਰਟ ਫੈਸਿਲਿਟੀ ਹੋਊਗੀ ਸਰਕਾਰੀ ਬੱਸਾਂ ਦੇ ਵਿੱਚ ਸਟੂਡੈਂਟਸ ਦੇ ਲਈ ਤੇ ਔਰਤਾਂ ਦੇ ਲਈ। ਜਿਹੜੇ ਵਿਮਨ ਨੇ ਉਹਨਾਂ ਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਪੈਂਦਾ ਜਦੋਂ ਵੀ ਉਹਨਾਂ ਨੇ ਬੱਸ ਦੀ ਟਿਕਟ ਲੈਣੀ ਹੈ ਕੰਡਕਟਰ ਨੂੰ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ। ਸੋ ਇਹਦੇ ਲਈ ਕੰਡੀਸ਼ਨ ਸਿਰਫ ਇੱਕ ਹੈ ਕਿ ਤੁਸੀਂ ਪੰਜਾਬ ਰੈਜ਼ੀਡੈਂਟ ਹੋਣੇ ਚਾਹੀਦੇ ਹੋ। Then comes ਰੀਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ। ਸੋ ਜਿਹੜੇ ਡਰਾਈਵਿੰਗ ਟ੍ਰੇਨਿੰਗ ਸੈਂਟਰ ਨੇ ਦੋ ਨਵੇਂ ਬਣਾਏ ਜਾਣਗੇ ਮਲੇਰਕੋਟਲਾ ਤੇ ਬਟਾਲਾ ਵਿਖੇ। ਵੈਰੀ ਇੰਪੋਰਟੈਂਟ ਪੁਆਇੰਟ। ਹੁਣ ਆਪਾਂ ਗੱਲ ਕਰ ਲੈਂਦੇ ਹਾਂ GST ਦੀ ਐਂਡ ਤੇ। ਹੁਣ ਆਪਾਂ ਨੇ ਸਾਰਾ ਬਜਟ ਦੇਖ ਲਿਆ, ਪੈਸੇ ਦੇਖ ਲਏ, ਪਹਿਲਾਂ ਕਿੱਥੇ ਰੈਵਨਿਊ ਲੱਗਿਆ, ਕਿੱਥੇ ਕੈਪੀਟਲ, ਬਜਟ ਬਾਰੇ ਆਪਾਂ ਨੇ ਪੜ੍ਹ ਲਿਆ। ਫਿਰ ਆਪਾਂ ਨੇ ਇੰਨੀ ਸਾਰੀਆਂ ਸਕੀਮਸ ਪੜ੍ਹ ਲਈਆਂ, ਅਲੱਗ-ਅਲੱਗ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਕਿੱਥੇ ਐਸਟੈਬਲਿਸ਼ ਹੋਣੀਆਂ ਨੇ, ਕਿਹੜੀ ਜਗ੍ਹਾ ਦੀ ਕਿੱਥੇ ਕੰਸਟਰਕਸ਼ਨ ਹੋਣੀ ਹੈ, ਰੈਨੋਵੇਸ਼ਨ ਹੋਣੀ ਹੈ। ਸੋ ਲਾਸਟ ਵਿੱਚ ਇੰਪੋਰਟੈਂਟ ਪੁਆਇੰਟ ਨਿਕਲ ਕੇ ਆਉਂਦਾ ਹੈ ਬਜਟ ਦੇ ਵਿੱਚੋਂ GST ਬਾਰੇ, ਗੁੱਡਸ ਐਂਡ ਸਰਵਿਸਿਜ਼ ਟੈਕਸ ਬਾਰੇ। ਸੋ ਆਪਾਂ ਜਿਹੜਾ GST ਹੈ ਇਹਦੀ ਵੀ ਮੈਂ ਆਲਰੇਡੀ ਐਕਸਾਈਜ਼ ਡਿਊਟੀ ਆਫਟਰ GST ਇੰਪਲੀਮੈਂਟੇਸ਼ਨ ਦੀ ਇੱਕ ਵੀਡੀਓ ਬਣਾਈ ਹੋਈ ਹੈ, ਉਹਦੇ ਵਿੱਚ GST ਦਾ ਮੈਂ ਰੈਫਰੈਂਸ ਦਿੱਤਾ ਹੋਇਆ ਡਿਫਰੈਂਸ ਦੇ ਕੇ। ਸੋ ਤੁਸੀਂ ਉੱਥੇ ਦੇਖ ਸਕਦੇ ਹੋ ਜੇ ਤੁਸੀਂ GST ਦਾ ਕੰਸੈਪਟ ਸਮਝਣਾ ਹੈ। ਸੋ GST ਕੰਪਨਸੇਸ਼ਨ ਟੂ ਸਟੇਟ ਐਕਟ, ਜਿਹੜੇ ਸਟੇਟ ਨੇ ਉਹਨਾਂ ਦੇ ਲਈ ਜਦੋਂ GST ਭਾਰਤ ਸਰਕਾਰ ਨੇ ਲਾਗੂ ਕੀਤਾ ਸੀ ਤਾਂ ਇੱਕ ਐਕਟ ਬਣਾਤਾ ਸੀ 5 ਸਾਲਾਂ ਦੇ ਲਈ। 2017 GST ਆਇਆ ਤਾਂ 2017 ਤੋਂ 2022 ਤੱਕ ਭਾਰਤ ਸਰਕਾਰ ਕਹਿੰਦੀ ਕਿ ਹਜੇ ਸਟੇਟਸ ਨੂੰ, ਜਿੰਨੇ ਵੀ ਰਾਜ ਨੇ, ਉਹਨਾਂ ਨੂੰ ਥੋੜਾ ਸਮਾਂ ਲੱਗੂਗਾ ਇਸ ਲਈ ਤੇ ਆਉਣ ਲਈ GST ਦੀ। ਸੋ ਉਹਨਾਂ ਨੂੰ 5 ਸਾਲ ਦਾ ਸਮਾਂ ਦਿੱਤਾ ਗਿਆ 2022 ਤੱਕ ਦਾ ਕਿ ਜੇ ਤੁਹਾਨੂੰ ਕੋਈ ਵੀ ਨੁਕਸਾਨ ਹੋ ਰਿਹਾ GST ਕਰਕੇ ਤਾਂ ਤੁਸੀਂ ਸੈਂਟਰ ਦੀ ਸਰਕਾਰ ਤੋਂ ਉਹਦੀ ਭਰਪਾਈ ਲੈ ਸਕਦੇ ਹੋ, ਤੁਹਾਨੂੰ ਸੈਂਟਰ ਦੀ ਸਰਕਾਰ GST ਕੰਪਨਸੇਸ਼ਨ ਦਿਓ। ਸੋ ਜਿਹੜਾ ਐਕਟ ਹੈ ਇਹ ਗਰੰਟੀ ਦਿੰਦਾ ਹੈ ਸਟੇਟਸ ਨੂੰ ਕੰਪਨਸੇਸ਼ਨ ਦੇ ਤੌਰ ਤੇ 5 ਸਾਲਾਂ ਲਈ 2022 ਤੱਕ ਜੇ ਕੋਈ ਵੀ ਰੈਵਨਿਊ ਲਾਸ ਹੋ ਰਿਹਾ GST ਨੂੰ ਲਾਗੂ ਕਰਨ ਕਰਕੇ। ਜਿਹੜਾ ਇਹ ਐਕਟ ਹੈ ਇਹ ਗਰੰਟੀ ਦਿੰਦਾ ਕਿ ਜਿਹੜੀ ਸਟੇਟ ਹੈ 14% annual growth in their GST revenue, failing which compensation grants are provided to state to meet a shortfall। ਕਹਿੰਦਾ ਇਹ ਐਕਟ ਕਹਿ ਰਿਹਾ ਵੀ ਹਰ ਸਟੇਟ ਨੂੰ ਘੱਟੋ ਘੱਟ 14% ਦਾ GST ਤੋਂ ਜਿਹੜਾ ਰੈਵਨਿਊ ਆ ਰਿਹਾ, ਇਨਕਮ ਆ ਰਿਹਾ, ਉਹਦੇ ਚ 14% ਵਾਧਾ ਕਰਨਾ ਪਊ। ਜੇ ਕੋਈ ਸਟੇਟ ਦੀ ਸਰਕਾਰ ਇਹ ਨਹੀਂ ਕਰ ਪਾ ਰਹੀ ਤਾਂ ਉਹ ਸੈਂਟਰ ਤੋਂ ਜਿੰਨੇ ਪੈਸੇ ਦੀ ਘਾਟ ਪੈ ਰਹੀ ਹੈ ਉਨਾ ਪੈਸਾ ਲੈ ਲਵੇ। ਤੇ ਜਿਹੜੀਆਂ ਇਹ ਗ੍ਰਾਂਟਸ ਨੇ ਇਹ GST ਕੰਪਨਸੇਸ਼ਨ ਸੈਸ ਦੇ ਤੌਰ ਤੇ ਸੈਂਟਰ ਦੀ ਸਰਕਾਰ ਸਟੇਟਸ ਨੂੰ ਦਿੰਦੀ ਹੈ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ GST ਤੇ ਉਹਦਾ ਸੈਂਟਰ ਦੇ ਨਾਲ ਕੀ ਰਿਲੇਸ਼ਨ ਹੈ। As the cess collection is not sufficient to meet the compensation requirement of state in 2020-2021, a part of their requirement will be met through loan from center, which will be repaid using future cess collection। ਕਹਿੰਦੇ ਕਿ ਜੇ ਕਿਸੇ ਸਟੇਟ ਨੂੰ ਨਹੀਂ ਪੂਰਾ ਕੰਪਨਸੇਸ਼ਨ ਮਿਲ ਪਾ ਰਹੀ ਜਾਂ ਉਹਨੂੰ ਕੰਪਨਸੇਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਨਹੀਂ ਕਰ ਪਾ ਰਹੀ ਕੋਈ ਸਟੇਟ, ਤਾਂ ਲੋਨ ਦੇ ਥਰੂ ਵੀ ਸੈਂਟਰ ਤੋਂ ਹੈਲਪ ਲੈ ਸਕਦੀ ਹੈ ਜਿਹੜੀ ਕਿ ਬਾਅਦ ਵਿੱਚ ਸਟੇਟ ਐਸੈਸ ਕਲੈਕਸ਼ਨ ਫਿਊਚਰ ਦੇ ਵਿੱਚ ਰੀਪੇ ਕਰ ਦੇਵੇ। ਸੋ ਜੇ ਆਪਾਂ ਹੁਣ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਕਿੰਨਾ ਐਸਟੀਮੇਟ ਕਰ ਰਹੀ ਹੈ GST ਕੰਪਨਸੇਸ਼ਨ ਗ੍ਰਾਂਟ ਦੇ ਲਈ। ਸੋ ਇਸ ਵਾਰ ਦੇ ਬਜਟ ਦੇ ਵਿੱਚ ਪੰਜਾਬ ਨੇ ਐਸਟੀਮੇਟ ਕੀਤਾ ਹੈ ਕਿ ਉਹ 16,871 ਕਰੋੜ ਇੰਨਾ ਰਿਸੀਵ ਕਰੂਗੀ GST ਕੰਪਨਸੇਸ਼ਨ ਦੇ ਤੌਰ ਤੇ ਸੈਂਟਰ ਦੀ ਸਰਕਾਰ ਤੋਂ। ਸੋ ਪੰਜਾਬ is estimated to receive rupees 16,871 crore
जो कि 18% है टोटल रेवेन्यू रिसीव दा through GST compensation grant in 2021-22, which is a 38% annual increase over 2019-20। ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਨੂੰ ਕਿੰਨਾ ਘਾਟਾ ਪੈ ਰਿਹਾ ਹੈ। ਜੇ ਆਪਾਂ GST ਦੀ ਗੱਲ ਕਰੀਏ ਤਾਂ ਪਿਛਲੀ ਵਾਰੀ ਜਿਹੜੀ GST ਕੰਪਨਸੇਸ਼ਨ ਦਾ ਪੈਸਾ ਲਿਆ ਸੀ ਉਹ ਲਿਆ ਸੀ 8805 ਕਰੋੜ। ਸੋ ਇਹਦੇ ਨਾਲੋਂ 38% ਵੱਧ ਐਨੂਅਲ ਇਨਕਰੀਜ਼ ਕਿੰਨਾ ਲੈਣਾ ਪੈ ਰਿਹਾ ਇਸ ਵਾਰੀ 16871। so a amount। so this was all about Punjab's budget 2021-22। I hope ਤੁਹਾਨੂੰ ਵੀਡੀਓ ਚੰਗੀ ਤਰ੍ਹਾਂ ਸਾਰੀ ਸਮਝ ਆਈ ਹੈ, ਤੁਹਾਨੂੰ ਮੇਰਾ ਕੰਟੈਂਟ ਹੈਲਪਫੁਲ ਲੱਗ ਰਿਹਾ ਹੈ। ਐਂਡ ਪਲੀਜ਼ ਇੱਕ ਮੈਂ ਹੁਣ ਕੁਐਸਚਨ ਤੁਹਾਨੂੰ ਦੱਸਣ ਜਾ ਰਹੀ ਹਾਂ। ਸੋ ਤੁਸੀਂ ਇਸ ਕੁਐਸਚਨ ਦਾ ਆਨਸਰ ਕਰਨਾ ਹੈ ਕਮੈਂਟ ਬਾਕਸ ਦੇ ਵਿੱਚ ਕਿ ਪੰਜਾਬ ਦੇ ਫਾਈਨੈਂਸ ਮਿਨਿਸਟਰ ਕੌਣ ਨੇ ਇਸ ਟਾਈਮ, ਜਿਹੜੀ ਇਸ ਟਾਈਮ ਕਾਂਗਰਸ ਗਵਰਨਮੈਂਟ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਕੌਣ ਫਾਈਨੈਂਸ ਮਿਨਿਸਟਰ ਹੈ, ਤੁਸੀਂ ਉਹਨਾਂ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। And please do like, share, comment and subscribe to my channel. Share it, support it. Thank you.